ਸਤਿ ਸ਼੍ਰੀ ਅਕਾਲ ਔਨ 에ਅਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਕਮਲਜੀਤ ਸਿੱਧੂ। ਗੱਲ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਹੋ ਰਹੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਉੱਤੇ ਜੋ ਸਮਾਗਮ ਕਰਵਾਏ ਜਾ ਰਹੇ ਨੇ। ਇਸ ਟਾਈਮ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਖਲੋਤਾ ਵਾਂ। ਜਿਹੜੀ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਦੇ ਵਾਸਤੇ ਬਣੀ ਸੀ, ਉਸੇ ਯੂਨੀਵਰਸਿਟੀ ਦੇ ਵਿੱਚ ਅੱਜ ਪੰਜਾਬੀ ਮਾਂ ਬੋਲੀ ਦੇ ਵਾਸਤੇ ਜਿਹੜਾ ਹੈ ਪ੍ਰੋਗਰਾਮ ਕਰਵਾਇਆ ਜਾ ਰਿਹਾ, ਸਮਾਗਮ ਕਰਵਾਇਆ ਜਾ ਰਿਹਾ ਔਰ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਆ। ਇੱਕ ਚੇਨ ਜਿਹੜੀ ਇੱਕ ਲੜੀ ਆ ਉਹਨਾਂ ਨੇ ਬਣਾਈ ਹੋਈ ਆ, ਜਿਹਦੇ ਵਿੱਚ ਵੱਖ-ਵੱਖ ਸਲੋਗਨ ਜਿਹੜੇ ਨੇ ਫੜੇ ਹੋਏ ਨੇ। ਤਾਂ ਗੱਲ ਕਰਦੇ ਆ ਕਿ ਜਿਸ ਤਰ੍ਹਾਂ ਕਿ ਪੰਜਾਬੀ ਮਾਂ ਬੋਲੀ ਨੂੰ ਅੱਜ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਮਾਂ ਬੋਲੀ ਦੇ ਲਈ ਸੰਘਰਸ਼ ਲੜਨਾ ਪੈ ਰਿਹਾ। ਤਾਂ ਕੌਮਾਂਤਰੀ ਪੱਧਰ ਦੇ ਉੱਤੇ ਜਿਵੇਂ ਕਿ 21 ਫਰਵਰੀ ਨੂੰ ਹਰ ਵਰੇ ਹੀ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ, ਤਾਂ ਉਸੇ ਤਰੀਕੇ ਹੀ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਵੀ 19 ਤਰੀਕ ਵਾਲੇ ਦਿਨ ਇਹ ਸਮਾਗਮ ਜਿਹੜਾ ਆ ਕਰਵਾਇਆ ਜਾ ਰਿਹਾ ਕੌਮਾਂਤਰੀ ਮਾਂ ਬੋਲੀ ਦੇ ਦਿਵਸ ਦੇ ਵਿੱਚ। ਤਾਂ ਕਿਹਾ ਜਾਂਦਾ ਹੈ ਕਿ ਤੇਰੀ ਮਾਂ ਬੋਲੀ ਹੈ ਬੀਬਾ ਨਾ ਪੈਰਾਂ ਹੇਠਾਂ ਰੋਲ ਪੰਜਾਬੀ, ਲਿਖ ਪੰਜਾਬੀ, ਪੜ੍ਹ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ, ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ। ਮੈਂ ਤੁਹਾਨੂੰ ਦਿਖਾਉਣਾ ਮੇਰੇ ਨਾਲ ਨਾਲ ਲਗਾਤਾਰ ਜਿਸ ਤਰੀਕੇ ਕਿ ਤੁਸੀਂ ਵਿਦਿਆਰਥੀਆਂ ਨੂੰ ਦੇਖ ਰਹੇ ਹੋ ਔਰ ਵਿਦਿਆਰਥੀ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਦੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਵਿਦਿਆਰਥੀ, ਜਿਨ੍ਹਾਂ ਦੇ ਹੱਥਾਂ ਦੇ ਵਿੱਚ ਲਗਾਤਾਰ ਕਾਫੀ ਸਾਰੀਆਂ ਜਿਹੜੀਆਂ ਨੇ ਸਲੋਗਨ ਫੜੇ ਹੋਏ ਨੇ, ਕਾਫੀ ਸਾਰੇ ਜਿਹੜੇ ਨੇ ਪਰਚੇ ਫੜੇ ਹੋਏ ਨੇ, ਜਿਨ੍ਹਾਂ ਦੇ ਉੱਤੇ ਕਾਫੀ ਇਬਾਰਤਾਂ ਜਿਹੜੀਆਂ ਨੇ ਮਾਂ ਬੋਲੀ ਪੰਜਾਬੀ ਦੇ ਹੱਕ ਦੇ ਵਿੱਚ ਲਿਖੀਆਂ ਹੋਈਆਂ ਨੇ। ਮਾਂ ਬੋਲੀ ਦੇ ਵਾਸਤੇ ਅਸੀਂ ਅੱਜ ਵੀ ਚੇਤਨ ਹਾਂ ਕਿ ਸਾਡੀ ਮਾਂ ਬੋਲੀ ਖੁਰਨੀ ਨਹੀਂ ਚਾਹੀਦੀ, ਮਰਨੀ ਨਹੀਂ ਚਾਹੀਦੀ, ਜਿਸ ਦੀ ਹਾਰ ਦਮ ਰਹੇ ਖਮਾਰੀ, ਮਾਂ ਬੋਲੀ ਮੈਨੂੰ ਜਾਨ ਤੋਂ ਪਿਆਰੀ, ਜਗ ਜੀਵੇ ਪੰਜਾਬੀ ਬੋਲੀ, ਮੇਰੀ ਸ਼ਾਹ ਰਗ ਦੀ ਹਮਜੋਲੀ। ਤਾਂ ਤੁਸੀਂ ਦੇਖ ਰਹੇ ਹੋ ਤੇ ਕਾਫੀ ਸਾਰੀਆਂ ਤਸਵੀਰਾਂ ਨੇ ਤੇ ਇੱਥੇ ਉਸਤਾਦ ਦਾਮਨ ਹੋਰਾਂ ਦਾ ਲਿਖਿਆ ਹੋਇਆ ਇੱਕ ਖੂਬਸੂਰਤ ਇਬਾਰਤ ਹੈ ਕਿ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੀ ਚ ਪਲ ਕੇ ਜਵਾਨ ਹੋਇਆ ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ। ਤੇ ਜੇ ਪੰਜਾਬੀ ਪੰਜਾਬੀ ਹੀ ਕੂਕਣਾ ਹੈ ਤਾਂ ਗੱਲ ਇਹ ਪੰਜਾਬੀ ਕੂਕਣ ਦੀ। ਤੇ ਅੱਜ ਪੰਜਾਬੀ ਕੂਕਣ ਦੀ ਉਸਤਾਦ ਦਾਮਨ ਹੋਰਾਂ ਦੀ ਗੱਲ ਕਰ ਲਈਏ, ਬਾਬੇ ਨਜ਼ਮੀ ਹੋਰਾਂ ਦੀ ਗੱਲ ਕਰ ਲਈਏ ਕਿ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ, ਤੇ ਤੇਰੀ ਮਾਂ ਬੋਲੀ ਏ ਬੀਬਾ ਨਾ ਪੈਰਾਂ ਹੇਠਾਂ ਰੋਲ ਪੰਜਾਬੀ, ਲਿਖ ਪੰਜਾਬੀ, ਪੜ੍ਹ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਸੋ ਪੰਜਾਬੀ ਦੇ ਇਹ ਸਾਰੇ ਪਿਆਰੇ ਇਸ ਟਾਈਮ ਯੂਨੀਵਰਸਿਟੀ ਵਿੱਚ ਵਿਦਿਆਰਥੀ, ਜਿਹੜੀ ਯੂਨੀਵਰਸਿਟੀ ਪੰਜਾਬੀ ਮਾਂ ਬੋਲੀ ਦੇ ਵਾਸਤੇ ਹੀ ਹੋਂਦ ਵਿੱਚ ਆਈ ਸੀ, ਪੰਜਾਬ ਦੀ ਇਸ ਧਰਤੀ ਦੇ ਉੱਤੇ, ਮਾਲਵੇ ਦੀ ਇਸ ਧਰਤੀ ਪਟਿਆਲਾ ਦੇ ਉੱਤੇ, ਉਸ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਵਿਦਿਆਰਥੀਆਂ ਦੇ ਵਿੱਚ ਉਤਸ਼ਾਹ ਜੋ ਆ ਉਹ ਵੇਖਣ ਨੂੰ ਮਿਲ ਰਿਹਾ ਔਰ ਹੱਥਾਂ ਦੇ ਵਿੱਚ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਨੇ ਲੋਗੋ ਫੜੇ ਹੋਏ ਨੇ, ਉਹਦੇ ਉੱਤੇ ਲਿਖਿਆ ਹੋਇਆ ਆ ਪੋਸਟਰਾਂ ਦੇ ਉੱਤੇ, ਅੱਖਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝਖੜਾਂ ਦੇ ਵਿੱਚ ਰੱਖ ਦਿੱਤਾ ਇਹ ਦੀਵਾ ਬਾਲ ਪੰਜਾਬੀ ਦਾ, ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਗੱਲ ਇਹ ਹੈ ਕਿ ਵਾਕਿਆ ਹੀ ਜਿਸ ਨੇ ਨਹੀਂ ਪੜ੍ਹਿਆ ਵਾਰਸ ਨੂੰ, ਜਿਸ ਨੇ ਨਹੀਂ ਪੜ੍ਹਿਆ ਬੁੱਲੇ ਨੂੰ, ਜਿਸ ਨੇ ਨਹੀਂ ਪੜ੍ਹੇ ਆਪਣੇ ਸ਼ਾਇਰਾਂ ਨੂੰ, ਮਹਿਬੂਬਾਂ ਨੂੰ, ਤਾਂ ਉਹਨਾਂ ਦੇ ਬਾਰੇ ਕੀ ਕਹੀਏ। ਜਾਣਨਾ ਜ਼ਰੂਰੀ ਹੁੰਦਾ ਹੈ ਕਿ ਆਪਣੇ ਮਾਂ ਬੋਲੀ ਦੇ ਜਿਹੜੇ ਵੱਡੇ ਪਰਵਾਨੇ ਸੀ, ਜਿਨ੍ਹਾਂ ਨੇ ਮਾਂ ਬੋਲੀ ਦੇ ਵਾਸਤੇ ਉਹ ਗੱਲਾਂ ਕੀਤੀਆਂ ਨੇ, ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੀਏ। ਸੋ ਸਾਡੇ ਨਾਲ ਸਾਥੀ ਨੇ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੇ ਕੰਮ ਕਰ ਰਹੇ ਨੇ ਮਾਂ ਬੋਲੀ ਲਈ, ਤਾਲਿਬ ਇਲਮੀ ਵੀ ਨੇ। ਪਹਿਲਾਂ ਤਾਂ ਮੈਂ ਉਹਨਾਂ ਦਾ ਨਾਂ ਜਾਣੂਗਾ। ਹਾਂਜੀ, ਕੀ ਨਾਂ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਮਲਦੀਪ ਜਲੂਰ ਜੀ ਤੇ ਮੈਂ ਪੰਜਾਬੀ ਡਿਪਾਰਟਮੈਂਟ ਦਾ ਵਿਦਿਆਰਥੀ ਜੀ ਤੇ ਨਾਲ ਮੈਂ ਕਵਿਤਾ ਵੀ ਲਿਖਦਾ। ਸੋ ਮੇਰੀਆਂ 2 ਕਿਤਾਬਾਂ ਯੁੱਧ ਭੂਮੀ ਤੇ ਕਵਿਤਾ ਸਿਰਫ ਕਵਿਤਾ ਨਹੀਂ ਪ੍ਰਕਾਸ਼ਿਤ ਹੋਈ ਹੈਗੀ। ਸੋ ਅਸੀਂ ਇਹ ਜਿਹੜਾ ਅੱਜ ਦਾ ਹੈਗਾ ਮਾਤ ਭਾਸ਼ਾ ਦਿਵਸ ਨੂੰ ਲੈ ਕੇ, ਕਿਉਂਕਿ ਇਹ ਲੋੜ ਬਣਦੀ ਆ ਕਿ ਜਿੱਥੇ ਪੰਜਾਬੀ ਅਦਾਰਾ, ਜਿੱਥੇ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਨਾਂ 'ਤੇ ਬਣੀ ਹੋਵੇ, ਤੇ ਉਸ ਯੂਨੀਵਰਸਿਟੀ 300 ਕਰੋੜ ਦੇ ਘੱਟ ਦੇ ਵਿੱਚ ਜਾ ਚੁੱਕੀ ਆ, 17 ਕੋਰਸ ਦੇ ਬਾਹਰ ਕੀਤੇ ਜਾ ਰਹੇ ਨੇਗੇ, ਤੇ ਉਸ ਤਰ੍ਹਾਂ ਇੱਕ ਨਿੱਜੀਕਰਨ ਦੀ ਜਿਹੜੇ ਦੇ ਪਾਸੇ ਨੂੰ ਧੱਕ ਰਹੇ ਨੇ ਇਸ ਯੂਨੀਵਰਸਿਟੀ ਨੂੰ, ਕਿਉਂਕਿ ਭਾਸ਼ਾ ਦੇ ਨਾਂ 'ਤੇ ਯੂਨੀਵਰਸਿਟੀ ਬਣੀ ਹੋਵੇ। ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਚੂਗੀ ਤਾਂ ਭਾਸ਼ਾ ਦਾ ਵੀ ਬਚਣਾ ਯਕੀਨੀ ਹੈਗਾ, ਕਿਉਂਕਿ ਭਾਸ਼ਾ ਨੂੰ ਬਚਾਉਣਾ ਵੀ ਤੇ ਯੂਨੀਵਰਸਿਟੀ ਨੂੰ ਬਚਾਉਣਾ ਵੀ ਸਾਡਾ ਇਹ ਅੱਜ ਦਾ ਮੁੱਖ ਕਾਰਜ ਹੈਗਾ। ਸੋ ਇਸ ਕਰਕੇ ਅਸੀਂ ਇਹ ਅੱਜ ਦਾ ਚੇਨ ਦਾ ਕਮਲਦੀਪ, ਜਿਵੇਂ ਅੱਜ ਚੇਨ ਬਣਾਈ ਹੋਈ ਆ, ਲੜੀ ਬਣਾਈ ਹੋਈ ਆ, ਇਹਦੇ ਵਾਸਤੇ ਕਾਫੀ ਦਿਨੋਂ ਤੋਂ ਤਿਆਰੀਆਂ ਕਰ ਰਹੇ ਸੀ? ਹਾਂਜੀ, ਇਹ ਕਾਫੀ ਦਿਨਾਂ ਤੋਂ ਇਹ ਪੂਰੇ ਜਿਹੜੇ ਪ੍ਰੋਫੈਸਰ ਨੇ ਪੂਰੇ ਵਿਭਾਗਾਂ ਦੇ
ਤੇ ਜਿਹੜੇ ਵਿਦਿਆਰਥੀ ਨੇ ਸਾਰੀ ਯੂਨੀਵਰਸਿਟੀ ਦੇ ਜਿਹੜੇ ਵਿਭਾਗ ਦੇ ਵਿਦਿਆਰਥੀ ਨੇਗੇ। ਸੋ ਪਹਿਲ ਕਦਮੀ ਇਹ ਪੰਜਾਬੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਆ। ਇਸ ਨੂੰ ਪੂਰੇ ਮਤਲਬ ਕਿ ਅਸੀਂ ਇਸ ਨੂੰ ਲਿਜਾਣਾ ਚਾਹੁੰਦੇ ਹੈਗੇ ਪੂਰੇ ਭਾਰਤ ਦੇ ਵਿਚਾਲ ਵੱਢ ਦੇ ਉੱਤੇ, ਕਿਉਂਕਿ ਫੇਸਬੁੱਕ ਤੇ ਟਵਿੱਟਰ ਤੇ ਉਸ ਤਰ੍ਹਾਂ ਸਾਡਾ ਇਸ ਪ੍ਰਚਾਰ ਵਿੱਢਿਆ ਹੋਇਆ ਹੈਗਾ ਕਿ ਪੰਜਾਬੀ ਮਾਤ ਭਾਸ਼ਾ ਨੂੰ ਉਸ ਤਰ੍ਹਾਂ ਬਚਾਇਆ ਜਾ ਸਕੇ। ਸੋ ਅਸੀਂ ਚੱਲੇ ਹੋਏ ਹਾਂ ਜੀ। ਤਾਂ ਉਹ ਇਹ ਸੀ ਕਮਲਦੀਪ ਜਲੂਰ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮੁਕੰਮਲ ਜਿਹੜੀਆਂ ਤਿਆਰੀਆਂ ਕਾਫੀ ਦਿਨਾਂ ਤੋਂ ਹੋ ਰਹੀਆਂ ਸੀਗੀਆਂ, ਕਿਉਂਕਿ ਇਹ ਜਿਹੜੀ ਲੜੀ ਆ, ਇਹ ਜਿਹੜੀ ਮਨੁੱਖੀ ਲੜੀ ਬਣਾਈ ਗਈ ਆ, ਇਹਦੇ ਵਿੱਚ ਮਾਂ ਬੋਲੀ ਦੇ ਹਵਾਲਿਆਂ ਦੇ ਨਾਲ ਮੈਂ ਫਿਰ ਤਸਵੀਰਾਂ ਕਹੂੰਗਾ ਕਿ ਦਿਖਾਈਆਂ ਜਾਣ ਕਿ ਮਾਂ ਬੋਲੀ ਦੇ ਹਵਾਲਿਆਂ ਦੇ ਨਾਲ ਜਿਹੜੀ ਇਹ ਲੜੀ ਬਣਾਈ ਗਈ ਆ, ਜਿਸ ਦੇ ਵਿੱਚ ਇਸ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਹੀ ਤਾਲਬੇ ਇਲਮ ਜਿਹੜੇ ਨੇ ਲਗਾਤਾਰ ਜੁੜੇ ਨੇ ਔਰ ਉਸ ਲੜੀ ਨੂੰ ਅੱਗੇ ਤੋਰਦੇ ਨੇ ਹੱਥਾਂ ਦੇ ਵਿੱਚ ਸਲੋਗਨ ਫੜਦੇ ਹੋਇਆ। ਤਾਂ ਦੇਖਦੇ ਆ ਕਿ ਇੱਕ ਮਾਂ ਬੋਲੀ ਪ੍ਰਤੀ ਜਿਹੜਾ ਹੈ, ਮਾਂ ਬੋਲੀ ਪੰਜਾਬੀ ਨੂੰ ਬਚਾਉਣ ਪ੍ਰਤੀ ਜਿਹੜਾ ਉਤਸ਼ਾਹ ਉਹਨਾਂ ਦੇ ਮਨਾਂ ਦੇ ਵਿੱਚ ਆਇਆ, ਕਿਉਂਕਿ 21 ਫਰਵਰੀ ਨੂੰ ਹਰ ਸਾਲ ਹੀ ਜੋ ਆ ਕੌਮਾਂਤਰੀ ਮਾਂ ਬੋਲੀ ਦਿਵਸ ਜਿਹੜਾ ਆ ਵਿਸ਼ਵ ਪੱਧਰ ਦੇ ਉੱਤੇ ਮਨਾਇਆ ਜਾਂਦਾ। ਤਾਂ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਅਗਰ ਮੈਂ ਗੱਲ ਕਹਾਂ ਕਿ ਹਰੇਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਆ। ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ ਭੁੱਲ ਜਾਂਦੀਆਂ ਨੇ, ਜਿਹੜੀਆਂ ਕੌਮਾਂ ਵਿਸਾਰ ਦਿੰਦੀਆਂ ਨੇ ਆਪਣੀ ਮਾਂ ਬੋਲੀ ਨੂੰ, ਉਹ ਕੌਮਾਂ ਰੁੱਲ ਜਾਂਦੀਆਂ ਨੇ। ਅਸੀਂ ਭਾਰਤ ਪੜ੍ਹਨੇ ਕਿ ਤੇਰੇ ਹਰਫ ਹੀਰੇ ਮੋਤੀ, ਤੇਰੇ ਸ਼ਬਦ ਨੇ ਸ਼ੁਆਵਾਂ, ਤੇਰੇ ਵਾਕ ਨੇ ਅਸੀਸਾਂ, ਤੇਰੇ ਬੋਲ ਨੇ ਦੁਆਵਾਂ, ਤੂੰ ਸਦੀਵਤਾ ਦਾ ਸੋਮਾ, ਤੂੰ ਹੈ ਪ੍ਰੇਮ ਦਾ ਉਛਾਲਾ। ਸੁਖਵਿੰਦਰ ਅੰਮ੍ਰਿਤ ਹੋਰਾਂ ਦਾ ਜੋ ਹੈ ਵਿਦਿਆਰਥਣ ਮਨਦੀਪ ਕੌਰ ਹੋਰੀ ਲਿਖ ਕੇ ਲਿਆਏ ਨੇ। ਤਾਂ ਇਸ ਤਰ੍ਹਾਂ ਦੇ ਕਾਫੀ ਜਿਹੜੇ ਸਲੋਗਨ ਨੇ ਉਹ ਸਾਡੇ ਨਾਲ ਜੋ ਸਾਨੂੰ ਨਜ਼ਰ ਆ ਰਹੇ ਨੇ, ਜਿਹਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਹੱਕ ਦੇ ਵਿੱਚ ਚਾਹੇ ਸ਼ੇਰੋ ਸ਼ਾਇਰੀ ਹੈ, ਚਾਹੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ ਗੱਲ ਹੈ, ਤਾਂ ਕਾਫੀ ਕੁਛ ਲਿਖਿਆ ਹੋਇਆ ਔਰ ਬਹੁਤ ਸੋਹਣੇ ਸੋਹਣੇ ਖੂਬਸੂਰਤ ਜਿਹੜੇ ਪੋਸਟਰ ਆ ਉਹ ਵੀ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਇੱਕ ਮਾਂ ਜਿਹੜੀ ਹੈ ਆਪਣੇ ਬੱਚੇ ਨੂੰ ਜਿਹੜੀ ਹੈ ਸਿੱਖਿਆ ਦੇ ਰਹੀ ਹੈ, ਇਲਮ ਦੇ ਰਹੀ ਹੈ। ਇਲਮ ਦਾ ਚਾਨਣ ਬਹੁਤ ਵੱਡਾ ਆ, ਇਲਮ ਦਾ ਚਾਨਣ ਬਹੁਤ ਵੱਡਾ ਆ। ਅੰਮ੍ਰਿਤਾ ਪ੍ਰੀਤਮ ਲਿਖਦੇ ਨੇ ਕਿ ਡਾਢਾ ਘਣਾ ਅਕਲ ਦਾ ਜੰਗਲ, ਇਲਮ ਜਿਵੇਂ ਇੱਕ ਰੁੱਖ ਚੰਨਣ ਦਾ। ਤਾਂ ਵਾਕਈ ਜਿਹੜਾ ਇਲਮ ਹੈ, ਇਲਮ ਜਿਹੜਾ ਚਾਨਣ ਹੈ, ਉਸ ਦੀ ਅਗਰ ਮੈਂ ਗੱਲ ਕਹਾਂ ਕਿ ਬਹੁਤ ਵੱਡੀ ਗੱਲ ਹੈ ਕਿ ਇਲਮ ਦਾ ਚਾਨਣ ਹੋਣਾ ਬਹੁਤ ਜ਼ਰੂਰੀ ਆ। ਤਾਂ ਵਿਦਿਆਰਥਣਾਂ ਜਿਹੜੀਆਂ ਨੇ ਉਹ ਨਾਅਰੇਬਾਜ਼ੀ ਕਰ ਰਹੀਆਂ ਨੇ, ਮਾਂ ਬੋਲੀ ਪੰਜਾਬੀ ਦੇ ਅੱਖਾਂ ਵਾਂਗੂ ਰੁੱਲ ਜਾਓਗੇ। ਜੀ ਬਿਲਕੁਲ, ਮਾਂ ਬੋਲੀ ਜੇ ਭੁੱਲ ਜਾਓਗੇ ਅੱਖਾਂ ਵਾਂਗੂ ਰੁੱਲ ਜਾਓਗੇ। ਲਗਾਤਾਰ ਅਸੀਂ ਸੁਣਦੇ ਆ ਰਹੇ ਹਾਂ ਕਿ ਵਿਦਿਆਰਥਣਾਂ ਜਿਹੜੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ, ਉਹਨਾਂ ਵੱਲੋਂ ਬੋਲਿਆ ਜਾ ਰਹੇ ਨੇ, ਨਾਅਰੇਬਾਜ਼ੀ ਕੀਤੀ ਜਾ ਰਹੀ ਆ ਮਾਂ ਬੋਲੀ ਦੇ ਹੱਕ ਦੇ ਵਿੱਚ। ਤਾਂ ਮਾਂ ਬੋਲੀ ਦੇ ਜੋ ਇਹ ਸਾਰੇ ਪਰਵਾਨੇ ਨੇ, ਜਿਨ੍ਹਾਂ ਦੇ ਮਨਾਂ ਦੇ ਵਿੱਚ ਮਾਂ ਬੋਲੀ ਲਈ ਇੱਕ ਪਿਆਰ ਹੈ, ਉਹ ਆਪਦੇ ਹੱਥਾਂ ਦੇ ਵਿੱਚ ਮਾਂ ਬੋਲੀ ਦਾ ਪਿਆਰ ਦਰਸਾਉਂਦੇ ਹੋਏ ਸਾਰੇ ਹੀ ਤਾਲਿਬ ਇਲਮ ਜਿਹੜੇ ਇਸ ਯੂਨੀਵਰਸਿਟੀ ਦੇ ਨੇ, ਆਪਦੇ ਹੱਥਾਂ ਦੇ ਵਿੱਚ ਵੱਖ-ਵੱਖ ਸਲੋਗਨ ਲਿਖ ਕੇ ਇੱਕ ਚੇਨ ਜਿਹੜੀ ਹੈ ਕਿ ਜਿਹੜੀ ਲੜੀ ਹੈ ਉਹ ਬਣਾ ਕੇ ਚੱਲ ਰਹੇ ਨੇ। ਪੂਰੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ ਗੇੜੀ ਲਾਈ ਜਾ ਰਹੀ ਹੈ। ਔਰ ਇਸ ਮਾਮਲੇ ਦੇ ਵਿੱਚ ਅਗਰ ਮੈਂ ਕਹਾਂ ਕਿ ਇਹ ਗੇੜੀ ਲਗਾਈ ਜਾ ਰਹੀ ਹੈ, ਇੱਥੇ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਮਾਂ ਬੋਲੀ ਦੇ ਹੱਕਾਂ ਦੇ ਵਿੱਚ ਖੜੋਤੀ ਇਹ ਯੂਨੀਵਰਸਿਟੀ ਅੱਜ ਕਿਸ ਤਰੀਕੇ ਦੇ ਨਾਲ ਸਮਾਗਮ ਜਿਹੜਾ ਹੈਗਾ ਮਾਂ ਬੋਲੀ ਦੇ ਹੱਕ ਵਿੱਚ, ਕੌਮਾਂਤਰੀ ਮਾਂ ਬੋਲੀ ਦੇ ਹੱਕ ਦੇ ਵਿੱਚ ਉਹ ਕਰਵਾਇਆ ਜਾ ਰਿਹਾ ਹੈ। ਤਾਂ ਸਲੋਗਨ ਦੇਖ ਰਹੇ ਹਾਂ ਅਸੀਂ, ਬਹੁਤ ਸੋਹਣੇ ਸੋਹਣੇ ਸ਼ੇਰ ਜਿਹੜੇ ਨੇ ਲਿਖੇ ਨੇ। ਤਾਂ ਇੱਥੇ ਕਹਿ ਸਕਦੇ ਹਾਂ ਕਿ ਮਾਂ ਬੋਲੀ ਦੇ ਹੱਕ ਦੇ ਵਿੱਚ ਸਾਨੂੰ ਖੜੋਣਾ ਬਹੁਤ ਜ਼ਰੂਰੀ ਹੈ। ਮਾਂ ਬੋਲੀ ਜੋ ਆ ਮਰਦੀ ਤੇ ਖੁਰਦੀਆਂ ਬੋਲੀਆਂ ਜਿਹੜੀਆਂ ਕੌਮਾਂ ਦੀਆਂ ਹੋਣ, ਉਹ ਕੌਮਾਂ ਵੀ ਹਮੇਸ਼ਾ ਲਈ ਧਰਤੀ ਤੋਂ ਮਿਟ ਜਾਂਦੀਆਂ ਨੇ। ਜਿਹੜੀ ਕੌਮ ਮਾਂ ਬੋਲੀ ਲਈ ਜਾਗਰੂਕ ਨਾ ਹੋਵੇ, ਉਸ ਕੌਮ ਦਾ ਖਾਤਮਾ ਹੋ ਜਾਂਦਾ ਹੈ। ਤਾਂ ਕਹਿ ਸਕਦੇ ਹਾਂ ਕਿ ਜੇ ਅਸੀਂ ਗੱਲ ਕਰੀਏ ਕਿ ਮਾਂ ਬੋਲੀ ਦੇ ਹੱਕ ਦੇ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਥੋਂ ਦੇ ਤਾਲਿਬ ਇਲਮ ਜਿਹੜੇ ਨੇ ਉਹ ਇਕੱਠੇ ਹੋਏ ਨੇ। ਉਹਨਾਂ ਦੇ ਵੱਲੋਂ ਜਿੰਨੇ ਤਾਲਿਬ ਇਲਮ ਨੇ, ਚਾਹੇ ਉਹ ਵਿਦਿਆਰਥੀ ਨੇ, ਵਿਦਿਆਰਥਣਾਂ ਨੇ, ਉਹਨਾਂ ਦੇ ਵੱਲੋਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਇੱਕ ਚੇਨ ਜੋ ਹੈ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਜਿਹੜੀਆਂ ਵੱਖ-ਵੱਖ ਸੜਕਾਂ ਬਣੀਆਂ ਹੋਈਆਂ ਨੇ, ਉਹਨਾਂ ਦੇ ਉੱਪਰ ਵੱਖ-ਵੱਖ ਸਲੋਗਨ ਲਿਖ ਕੇ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਤਾਂ ਗੱਲ ਕਰੂੰਗਾ ਕਿ ਵਾਰਿਸ ਬੁੱਲੇ ਵਰਗੇ ਬੈਠੇ ਹੰਸ ਵਿਸਾਰ ਪੰਜਾਬੀ ਨੇ,
ਕਿਸਰਾਂ ਆਖਾਂ ਮਾਂ ਬੋਲੀ ਦੇ ਬਰਖੁਰਦਾਰ ਪੰਜਾਬੀ ਨੇ, ਬਾਲਾਂ ਦੇ ਮੂੰਹ ਵਿੱਚ ਜਿਹੜੇ ਅੱਖਰ ਚੋਗੇ ਵਾਂਗੂ ਦੇਣੇ ਸਨ, ਉਹਨਾਂ ਬਦਲੇ ਫੜ ਉੱਬੜ ਤੁੰਨਦੇ ਯਾਰ ਪੰਜਾਬੀ ਨੇ। ਤਾਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਮਾਂ ਬੋਲੀ ਦੀ ਜੇ ਗੱਲ ਕਰੀਏ ਤਾਂ ਦੂਜੀਆਂ ਭਾਸ਼ਾਵਾਂ ਤਾਂ ਨਹੀਂ ਮਾੜੀਆਂ, ਹਰੇਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਹੈ। ਪਰ ਜੇ ਗੱਲ ਕਰੀਏ ਕਿ ਅੱਜ ਅਸੀਂ ਮਾਂ ਬੋਲੀ ਨੂੰ ਵਿਸਾਰਦੇ ਜਾ ਰਹੇ ਹਾਂ, ਮਾਂ ਬੋਲੀ ਨੂੰ ਵਿਸਾਰਨ ਵਾਲੀਆਂ ਕੌਮਾਂ ਦਾ ਜੱਗ ਦੇ ਵਿੱਚ ਕਦੇ ਨਾਂ ਉੱਚਾ ਨਹੀਂ ਹੁੰਦਾਗਾ। ਮਾਂ ਬੋਲੀ ਵਿਸਾਰਨ ਵਾਲੀਆਂ ਕੌਮਾਂ ਹਮੇਸ਼ਾ ਲਈ ਧਰਤੀ ਤੋਂ ਮਿਟ ਜਾਂਦੀਆਂ ਨੇ। ਜੇ ਰਹਿੰਦਾ ਆ ਤਾਂ ਸਿਰਫ ਤੇ ਸਿਰਫ ਕਿਸੇ ਵੀ ਕੌਮ ਦੀ ਪਛਾਣ ਉਹਦੀ ਬੋਲੀ ਨਾਲ ਹੁੰਦੀ ਆ। ਜਿਹੜੀਆਂ ਕੌਮਾਂ ਸੱਚਮੁੱਚ ਹੀ ਆਪਣੀਆਂ ਬੋਲੀਆਂ ਵਿਸਾਰ ਦਿੰਦੀਆਂ ਨੇ, ਕਹਿ ਸਕਦੇ ਹਾਂ ਕਿ ਗੁਰੂਆਂ, ਪੀਰਾਂ, ਸ਼ਾਇਰਾਂ, ਦਰਵੇਸ਼ਾਂ ਦੀ ਧਰਤੀ ਪੰਜਾਬ, ਤੇ ਪੰਜਾਬੀਆਂ ਨੇ ਜੇ ਆਪਣੇ ਗੁਰੂਆਂ, ਪੀਰਾਂ, ਸ਼ਾਇਰਾਂ, ਅਦੀਬਾਂ ਦੀਆਂ ਬੋਲੀਆਂ ਜਿਹੜੀਆਂ ਸਦੀਆਂ ਤੋਂ ਸਾਂਭਦੇ ਆ ਰਹੇ ਸੀਗੇ, ਜੇ ਅੱਜ ਅਸੀਂ ਇਹਨੂੰ ਵਿਸਾਰਦੇ ਜਾ ਰਹੇ ਹਾਂ, ਬੇਸ਼ੱਕ ਅਸੀਂ ਜਿੰਨੀਆਂ ਮਰਜ਼ੀ ਦੂਸਰੀਆਂ ਬੋਲੀਆਂ ਸਿੱਖ ਲਈਏ, ਜਿੰਨੀਆਂ ਮਰਜ਼ੀ ਦੂਸਰੀਆਂ ਬੋਲੀਆਂ ਸਿੱਖ ਲਈਏ, ਪਰ ਜਿੰਨਾ ਚਿਰ ਆਪਦੀ ਮਾਂ ਦੇ ਦੁੱਧੋਂ ਸਿੱਖੀ ਹੋਈ ਬੋਲੀ ਨੂੰ ਜੇ ਅਸੀਂ ਵਿਸਾਰਦੇ ਹਾਂ ਤੇ ਸਮਝ ਲਓ ਕਿ ਬਿਲਕੁਲ ਸਾਡਾ ਜਿਹੜਾ ਹੈ ਉਹ ਖਾਤਮਾ ਹੋ ਜਾਵੇਗਾ। ਸੋ ਦੇਖ ਰਹੇ ਹੋ ਲਗਾਤਾਰ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ ਉਹ ਇੱਕ ਚੇਨ ਜਿਹੜੀ ਆ ਉਹ ਲਗਾਤਾਰ ਬਣਾਉਂਦੇ ਹੋਏ ਲੰਘ ਰਹੇ ਆ। ਹੱਥਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਹਰੇਕ ਹੀ ਵਿਦਿਆਰਥੀ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਫੜਿਆ ਹੋਇਆ ਵੱਖ-ਵੱਖ ਪੋਸਟਰ, ਜਿਹਦੇ ਵਿੱਚ ਮਾਂ ਬੋਲੀ ਪੰਜਾਬੀ ਦੇ ਹੀ ਇਬਾਰਤਾਂ ਲਿਖੀਆਂ ਹੋਈਆਂ ਨੇ, ਸ਼ੇਰ ਸ਼ਾਇਰੀ ਕੀਤੀ ਹੋਈ ਆ ਸ਼ਾਇਰਾਂ, ਅਦੀਬਾਂ ਦਾ, ਔਰ ਆਪਣੇ ਮਨ ਦੀਆਂ, ਆਪਣੀ ਰੂਹ ਦੀਆਂ ਗੱਲਾਂ ਨੇ ਜਿਹੜੀਆਂ ਉਹ ਲਿਖ ਕੇ ਲਿਆਏ ਨੇ। ਤੋਂ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਕਿਸ ਤਰੀਕੇ ਮਾਂ ਬੋਲੀ ਦੇ ਪ੍ਰਤੀ ਜੋ ਉਹਨਾਂ ਦਾ ਪਿਆਰ ਹੈ, ਉਹ ਕਿਸ ਤਰੀਕੇ ਦਾ ਪਿਆਰ ਆ, ਉਹ ਇੱਕ ਤਰ੍ਹਾਂ ਦਾ ਇਹ ਪ੍ਰਦਰਸ਼ਨ ਹੋ ਰਿਹਾ ਹੈ। ਇਸ ਦੇ ਵਿੱਚ ਜੋ ਤੁਹਾਨੂੰ ਦਿੱਖ ਨਜ਼ਰ ਆ ਰਹੀ ਹੈ, ਇਸ ਦਿੱਖ ਦੇ ਵਿੱਚ ਸਾਫ਼ ਹੀ ਲੱਗ ਰਿਹਾ ਕਿ ਸ਼ਾਲਾ ਇਹ ਯੂਨੀਵਰਸਿਟੀ ਜਿਹੜੀ ਮਾਂ ਬੋਲੀ ਪੰਜਾਬੀ ਦੇ ਲਈ ਪੰਜਾਬ ਦੀ ਧਰਤੀ ਦੇ ਉੱਤੇ ਬਣੀ ਹੋਈ ਸੀ, ਅੱਜ ਉਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵਿੱਚ ਜਿਹੜਾ ਇੱਕ ਉਤਸ਼ਾਹ ਨਜ਼ਰ ਆ ਰਿਹਾ ਤੇ ਲੱਗ ਰਿਹਾ ਹੈ ਕਿ ਮਾਂ ਬੋਲੀ ਨੂੰ ਅਸੀਂ ਕਦੇ ਵੀ ਇਸ ਤਰੀਕੇ ਨਾਲ ਮਰਨ ਨਹੀਂ ਦੇਵਾਂਗੇ, ਖੁਰਨ ਨਹੀਂ ਦੇਵਾਂਗੇ। ਸਾਡੀ ਮਾਂ ਬੋਲੀ ਜੀਵੇ ਪੰਜਾਬ ਤੇ ਜੀਵੇ ਪੰਜਾਬੀ ਦੀ ਗੱਲ ਵਾਲੀ ਆ। ਅਸੀਂ ਦੁਆਵਾਂ ਕਰਦੇ ਹਾਂ, ਅਸੀਂ ਦੁਆਵਾਂ ਦੇਣ ਵਾਲੀ ਕੌਮ ਆ। ਸਾਡੀ ਕੌਮ ਦੀ ਕੋਈ ਗੱਲ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਜਦ ਤੱਕ ਜੀਣ ਪੰਜਾਬੀ ਸ਼ਾਲਾ ਉਦੋਂ ਤੱਕ ਜੀਵੇ ਮਾਂ ਬੋਲੀ, ਜਦ ਤੱਕ ਜੀਣ ਪੰਜਾਬੀ ਸ਼ਾਲਾ ਉਦੋਂ ਤੱਕ ਜੀਵੇ ਮਾਂ ਬੋਲੀ। ਤਾਂ ਮਾਂ ਬੋਲੀ ਦੀ ਜਿਹੜੀ ਗੱਲ ਹੈ ਉਹ ਅੱਜ ਇਹਨਾਂ ਵਿਦਿਆਰਥੀਆਂ ਦੇ ਉਤਸ਼ਾਹ ਜੋ ਹੈ ਉਹ ਤੁਹਾਨੂੰ ਲਗਾਤਾਰ ਨਜ਼ਰ ਆ ਰਿਹਾ ਹੈ। ਤਾਂ ਇਸ ਉਤਸ਼ਾਹ ਦੇ ਵਿੱਚ ਹੀ ਮੈਂ ਦਿਖਾਉਣਾ ਚਾਹੁੰਦਾ ਕਿ ਚਾਹੇ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਦੇ ਵੀ ਇੱਥੇ ਵਿਦਿਆਰਥੀ ਜਿਹੜੇ ਨੇ, ਵੱਖ-ਵੱਖ ਖਿੱਤਿਆਂ ਦੇ, ਵੱਖ-ਵੱਖ ਸੂਬਿਆਂ ਦੇ ਸ਼ਾਮਲ ਨੇ, ਤਾਂ ਉਹਨਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਆਪਣੀ ਮਾਂ ਬੋਲੀ ਦਾ ਗੱਲ, ਕਿਉਂਕਿ ਇੱਥੇ ਤਾਂ ਪੰਜਾਬੀ ਦੀ ਗੱਲ ਹੋ ਰਹੀ ਸੀ, ਪਰ ਨਾਲ ਮੈਂ ਗੱਲ ਇਹ ਵੀ ਦੱਸਣਾ ਚਾਹੁੰਦਾ ਕਿ ਕੁਝ ਵਿਦਿਆਰਥੀ ਜਿਹੜੇ ਬਾਹਰਲੇ ਸੂਬਿਆਂ ਤੋਂ ਸ਼ਾਮਲ ਨੇ, ਉਹਨਾਂ ਦੇ ਹੱਥਾਂ ਵਿੱਚ ਉਹਨਾਂ ਦੀ ਆਪਦੀ ਮਾਂ ਬੋਲੀ ਦੇ ਜਿਹੜੇ ਸਲੋਗਨ ਨੇ ਉਹ ਵੀ ਫੜੇ ਹੋਏ ਸੀ, ਜਿਹਦੇ ਵਿੱਚ ਖਾਸ ਤੌਰ ਤੇ ਅਗਰ ਮੈਂ ਗੱਲ ਕਰਾਂ ਕਿ ਕੁਝ ਕਸ਼ਮੀਰੀ ਵਿਦਿਆਰਥੀ ਜਿਹੜੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਉਰਦੂ ਦੇ ਫੜੇ ਹੋਏ ਸੀਗੇ। ਬਾਕੀ ਜਿਹਦੀ ਜੋ ਮਾਂ ਬੋਲੀ ਹੈ ਉਹਨੂੰ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਹੀ ਖਲੋਣਾ ਚਾਹੀਦਾ ਹੈ। ਤਾਂ ਇਹ ਵਿਦਿਆਰਥੀ ਜੋ ਤੁਸੀਂ ਦੇਖ ਰਹੇ ਹੋ ਲਗਾਤਾਰ ਯੂਨੀਵਰਸਿਟੀ ਦੇ ਵਿੱਚ ਹੁਣ ਜਦੋਂ ਦੀਆਂ ਖੋਲੀਆਂ ਨੇ ਕੋਵਿਡ-19 ਤੋਂ ਬਾਅਦ, ਤੇ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਵਧੀਆ ਲੱਗ ਰਿਹਾ ਹੈਗਾ ਕਿ ਰੰਗ ਬਰੰਗੇ ਜਿਹੜੇ ਨੇ ਇਹ ਫੁੱਲ, ਇਹ ਪੰਜਾਬ ਦੀ ਮਹਿਕ ਇਹਨਾਂ ਵਿਦਿਆਰਥੀਆਂ ਦੇ ਰੂਪ ਦੇ ਵਿੱਚ ਇੱਕ ਵਾਰੀ ਯੂਨੀਵਰਸਿਟੀ ਦੇ ਵਿਹੜਿਆਂ ਦੇ ਵਿੱਚ ਰੌਣਕ ਲਾਉਂਦੀ ਆ ਰਹੀ ਹੈ। ਤਾਂ ਅੱਜ ਯੂਨੀਵਰਸਿਟੀ ਦੇ ਵਿਹੜੇ 'ਚ ਲੱਗੀ ਹੋਈ ਇਹ ਰੌਣਕ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਦਰਭ ਦੇ ਵਿੱਚ, ਜਿਹੜੀ ਕਿ 21 ਫਰਵਰੀ ਨੂੰ ਵਿਸ਼ਵ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ, ਤਾਂ ਉਹਦੇ ਵਿੱਚ ਅੱਜ ਜੋ ਤੁਹਾਨੂੰ ਨਜ਼ਰ ਆ ਰਿਹਾ ਕਿ 19 ਫਰਵਰੀ ਵਾਲੇ ਦਿਨ ਯੂਨੀਵਰਸਿਟੀ ਦੇ ਵਿੱਚ ਕੌਮਾਂਤਰੀ ਜਿਹੜਾ ਇਹ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ, ਤਾਂ ਉਹਦੇ ਸੰਦਰਭ ਦੇ ਵਿੱਚ ਕਾਫੀ ਜੋ ਤਿਆਰੀਆਂ ਕਾਫੀ ਦਿਨਾਂ ਤੋਂ ਇਹਨਾਂ ਵਿਦਿਆਰਥੀਆਂ ਨੇ ਆਰੰਭੀਆਂ ਹੋਈਆਂ ਸੀਗੀਆਂ, ਤਾਂ ਅੱਜ ਉਹਨਾਂ ਦਾ ਜੋ ਰੂਪ ਹੈ ਉਹ ਦੇਖਣ ਨੂੰ ਨਜ਼ਰ ਆ ਰਿਹਾ। ਸੋ ਕਿ ਕਿਸ ਤਰੀਕੇ ਨਾਲ ਵਿਦਿਆਰਥੀ ਲਗਾਤਾਰ ਲੱਗੇ ਹੋਏ ਨੇ। ਵਿਦਿਆਰਥੀਆਂ ਦੀ ਇਹ ਕੋਸ਼ਿਸ਼ ਆ ਕਿ ਅੱਜ ਆਪਣੀ ਮਾਂ ਬੋਲੀ ਦੇ ਬਾਰੇ ਜਿਹੜਾ ਹੈ ਵੱਧ ਤੋਂ ਵੱਧ ਇਹਨਾਂ ਸਲੋਗਨਾਂ ਦੇ ਜ਼ਰੀਏ ਪ੍ਰਚਾਰ ਕੀਤਾ ਜਾਵੇ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਕਿਸ ਤਰੀਕੇ ਪਿਆਰ ਕਰਦੇ ਹਾਂ। ਤਾਂ ਇਹ ਇੱਕ ਲੜੀ ਸੀ, ਇੱਕ ਚੇਨ ਸੀ ਜਿਹੜੀ ਬਣਾਈ ਗਈ, ਔਰ ਇਸ ਚੇਨ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤੇ ਬਹੁਤ ਵਧੀਆ ਲੱਗਦਾ ਹੈਗਾ ਕਿ ਵਾਕਿਆ ਹੀ ਉਹ ਕੌਮਾਂ ਜਿੰਦਾ ਨੇ ਜਿਹੜੀਆਂ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਖੜੋਂਦੀਆਂ ਨੇ। ਸੋ ਕਹਿ ਸਕਦੇ ਹਾਂ ਕਿ ਸ਼ਾਲਾ ਜੀਵੇ ਸਾਡੀ ਮਾਂ ਬੋਲੀ, ਤੇ ਇਸ ਤਰੀਕੇ ਨਾਲ ਹੀ ਮਾਂ ਬੋਲੀ ਪੰਜਾਬੀ ਤਰੱਕੀ ਕਰਦੀ ਰਹੇ।
ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝਖੜਾਂ ਵਿੱਚ ਵੀ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ। ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ, ਤਹਿਜੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕਮੀ ਜਿੰਨੀ ਵੇਖ ਰਿਆਂ, ਖੌਰੇ ਦੇਸ਼ ਪਰਾਏ ਕੀ ਹੋਵੇਗਾ ਹਾਲ ਪੰਜਾਬੀ ਦਾ। ਜੀ ਹਾਂ, ਗੱਲ ਕਰਦੇ ਹਾਂ ਮਾਂ ਬੋਲੀ ਪੰਜਾਬੀ ਦੇ ਸੰਦਰਭ ਦੇ ਵਿੱਚ, ਤੇ ਮੈਂ ਇਸ ਟਾਈਮ ਪਟਿਆਲਾ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਖੜੋਤਾ ਵਾਂ, ਜਿੱਥੇ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਬੰਧ ਦੇ ਵਿੱਚ ਜਿੱਥੇ ਵਿਦਿਆਰਥੀ ਤੇ ਬੁੱਧੀਜੀਵੀ ਇਕੱਠੇ ਹੋਏ ਨੇ, ਉੱਥੇ ਨਾਲ ਹੀ ਵਿਦਿਆਰਥੀਆਂ ਵੱਲੋਂ ਇੱਕ ਚੇਨ ਸਿਸਟਮ ਬਣਾਇਆ ਗਿਆ ਸੀ, ਜਿਹਦੇ ਵਿੱਚ ਮਾਂ ਬੋਲੀ ਦੇ ਹੱਕ ਦੇ ਵਿੱਚ ਲਗਾਤਾਰ ਜਿਹੜੇ ਸੀਗੇ ਉਹ ਸਲੋਗਨ ਫੜੇ ਹੋਏ ਸੀ, ਔਰ ਮਾਂ ਬੋਲੀ ਦੇ ਹੱਕ ਦੇ ਵਿੱਚ ਜਿੱਥੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ, ਉੱਥੇ ਉਹਨਾਂ ਦਾ ਪਿਆਰ ਵੀ ਨਜ਼ਰ ਆ ਰਿਹਾ ਸੀ। ਸੋ ਉਹਨਾਂ ਵਿਦਿਆਰਥੀਆਂ ਵਿੱਚੋਂ ਹੀ ਕੁਝ ਵਿਦਿਆਰਥੀਆਂ ਨਾਲ ਜਿਹੜੇ ਕਿ ਇਸ ਚੇਨ ਦੇ ਵਿੱਚ ਸ਼ਾਮਲ ਸੀਗੇ, ਉਹਨਾਂ ਨਾਲ ਕਰਾਉਂਦੇ ਆ ਗੱਲਬਾਤ ਤੇ ਉਹਨਾਂ ਨੂੰ ਪੁੱਛਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਸੀ, ਔਰ ਕਿੰਨੇ ਦਿਨਾਂ ਤੋਂ ਲਗਾਤਾਰ ਤਿਆਰੀਆਂ ਹੋ ਰਹੀਆਂ ਸੀਗੀਆਂ। ਤੁਸੀਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਕਿ ਕਿਸ ਤਰੀਕੇ ਤੁਸੀਂ ਅੱਜ ਇਸ 'ਚ ਸ਼ਾਮਲ ਹੋਏ, ਔਰ ਕੀ ਤਿਆਰੀਆਂ ਸੀ ਅੱਜ ਦੇ ਇਸ ਪ੍ਰੋਗਰਾਮ ਦੀਆਂ। ਮੇਰਾ ਨਾਮ ਸਰਬਜੀਤ ਕੌਰ ਹੈ। ਮੈਂ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਰਿਸਰਚ ਸਕਾਲਰ ਹਾਂ। ਅਸੀਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਗਭਗ 15 ਦਿਨਾਂ ਤੋਂ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਸਾਰਿਆਂ ਨੇ ਮਤਲਬ ਇੱਕ ਪੋਸਟਰ ਮੇਕਿੰਗ ਮੁਕਾਬਲਾ ਵੀ ਪਰਸੋਂ ਕਰਵਾਇਆ। ਤੁਸੀਂ ਦੇਖ ਰਹੇ ਸੀ ਜਿੰਨੇ ਪੋਸਟਰ ਸੀ ਉਹਦੇ 'ਚੋਂ ਪ੍ਰਿੰਟਿੰਗ ਵਾਲੇ ਪੋਸਟਰ ਬਹੁਤ ਘੱਟ ਸੀ, ਸਾਰੇ ਵਿਦਿਆਰਥੀ ਆਪਣੇ ਹੱਥਾਂ ਨਾਲ ਬਣਾ ਕੇ ਲੈ ਕੇ ਆਏ ਨੇ। ਤਾਂ 3 ਦਿਨਾਂ ਤੋਂ ਅਸੀਂ ਲਗਭਗ ਜਿਹੜਾ ਹੈਗਾ ਉਹ ਪੋਸਟਰ ਬਣਾ ਰਹੇ ਹਾਂ। ਇਸ ਤੋਂ ਬਿਨਾਂ ਅਸੀਂ ਰਿਕਾਰਡਿੰਗਸ ਨੇ ਜਿਹੜੀਆਂ ਵਿਭਾਗ ਦੇ YouTube ਚੈਨਲ ਦੇ ਉੱਤੇ, ਕਿਸੇ ਨੇ ਕਵਿਤਾ ਬੋਲੀ ਹੈ, ਕਿਸੇ ਨੇ ਆਪਣੀ ਲਿਖੀ, ਕਿਸੇ ਨੇ ਕਿਸੇ ਦਾ ਕੋਈ ਵਾਕਿਆ ਬੋਲਿਆ, ਕਿਸੇ ਨੇ ਕੋਈ ਕਿਸੇ ਦੀ ਕੋਟ ਕੀਤੀ ਹੈ। ਤਾਂ ਅਸੀਂ ਅੱਜ ਦੇ ਦਿਨ ਨੂੰ ਮਤਲਬ ਜਿਹੜਾ ਕਿ 21 ਤਰੀਕ ਨੂੰ ਮਾਤ ਬੋਲੀ ਦਿਵਸ ਬਣਦਾ, ਕਿਉਂਕਿ ਅੱਜ ਸਾਡਾ ਜਿਹੜਾ ਹੈਗਾ 21 ਨੂੰ ਸੰਡੇ ਹੈ ਤੇ ਅੱਜ ਸਾਡਾ ਲਾਸਟ ਵਰਕਿੰਗ ਡੇ ਹੈ ਵੀਕ ਦਾ। ਇਸ ਕਰਕੇ ਅਸੀਂ ਅੱਜ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ। ਤੇ ਤੁਸੀਂ ਦੇਖ ਹੀ ਰਹੇ ਹੋ ਕਿ ਸ਼ਮੂਲੀਅਤ ਵਿਦਿਆਰਥੀਆਂ ਦੀ ਦੱਸਦੀ ਹੈ ਕਿ ਇਹ ਕਾਫੀ ਭਰਮੀ ਜਿਹੜੀ ਹੈਗੀ ਆ ਇਹਨੂੰ ਹੁੰਗਾਰਾ ਮਿਲਿਆ ਜੀ। ਸੋ ਬਹੁਤ ਸ਼ੁਕਰੀਆ। ਹੁਣ ਕਰਦੇ ਹੋਰ ਵਿਦਿਆਰਥੀਆਂ ਨਾਲ ਵੀ ਗੱਲਬਾਤ। ਕੀ ਕਹਿਣਾ ਹੈ ਅੱਜ ਦੇ ਦਿਵਸ ਦੇ ਵਾਸਤੇ, ਜਦੋਂ ਕਿ ਤੁਸੀਂ ਅੱਜ ਹੀ ਮਨਾ ਰਹੇ ਹੋ 21 ਤਰੀਕ ਦੀ ਬਜਾਏ, ਤੇ ਕਿਸ ਤਰੀਕੇ ਦਾ ਉਤਸ਼ਾਹ ਹੈ? ਹਾਂਜੀ, ਮੇਰਾ ਚੰਨ ਪੰਜਾਬੀ, ਮੇਰਾ ਟੋਲ ਪੰਜਾਬੀ, ਬੋਲ ਪੰਜਾਬੀ, ਬੋਲ ਪੰਜਾਬੀ। ਅਸੀਂ ਅੱਜ ਤਾਂ ਬਣਾ ਰਹੇ ਹਾਂ ਕਿ 21 ਤਰੀਕ ਨੂੰ ਸਾਨੂੰ ਛੁੱਟੀ ਆ ਯੂਨੀਵਰਸਿਟੀ 'ਚ। ਬੱਚੇ ਜਿਹੜੇ ਹੈਗੇ ਨੇ ਪ੍ਰੋਪਰ ਨਹੀਂ ਆਉਂਦੇ ਹੈਗੇ ਵੀਕਐਂਡ 'ਚ, ਤਾਂ ਕਰਕੇ ਸਾਡਾ ਅੱਜ ਹੈਗਾ ਵਰਕਿੰਗ ਡੇ, ਤਾਂ ਅਸੀਂ ਤਾਂ ਬਣਾ ਰਹੇ ਹਾਂ। ਤਾਂ ਜਦੋਂ ਤੱਕ ਸਾਡੀ ਮਾਤ ਭਾਸ਼ਾ ਹੈਗੀ ਆ, ਜਦੋਂ ਉਹ ਖਤਮ ਹੋ ਜਾਊਗੀ ਤਾਂ ਸਾਡਾ ਹੈਗਾ ਜਿਹੜਾ ਮੋਡ ਆਫ ਥਿੰਕਿੰਗ ਆ ਉਹ ਖਤਮ ਹੋ ਜਾਊਗਾ। ਜਦੋਂ ਹੀ ਅਸੀਂ ਮਤਲਬ ਕੁਝ ਵੀ ਸੋਚਦੇ ਹਾਂ ਤਾਂ ਬੇਸਿਕ ਥਾਟ ਜਿਹੜਾ ਸਾਡੀ ਮਾਂ ਬੋਲੀ 'ਚ ਆਉਂਦਾ, ਅਸੀਂ ਜਦੋਂ ਮਾਂ ਬੋਲੀ 'ਚ ਹੋਰ ਭਾਸ਼ਾ ਜਾਂ ਇੰਗਲਿਸ਼ 'ਚ ਜਾਂ ਹੋਰ ਵੀ ਕਿਸੇ ਲੈਂਗੁਏਜ 'ਚ ਕਨਵਰਟ ਕਰਦੇ ਹਾਂ ਤਾਂ ਸਾਡੇ ਕੋਲ ਅੱਧਾ ਰਹਿ ਜਾਂਦਾ। ਜਦੋਂ ਅਸੀਂ ਮਾਂ ਬੋਲੀ 'ਚ ਆਪਦੀ ਰਿਸਰਚ ਕਰਾਂਗੇ, ਮਾਂ ਬੋਲੀ 'ਚ ਅਸੀਂ ਨਵੀਆਂ ਖੋਜਾਂ ਕਰਾਂਗੇ, ਤਾਂ ਸਾਡੇ ਕੋਲ ਉਹ ਚੀਜ਼ਾਂ ਆ ਸਕਦੀਆਂ ਨੇ ਜੋ ਅਸੀਂ ਚਾਈਨਾ, ਜਾਪਾਨ ਤੋਂ ਵੀ ਅੱਗੇ ਜਾ ਸਕਦੇ ਹਾਂ। ਉਹ ਦੇਸ਼ ਵੀ ਜਿਹੜੇ ਹੈਗੇ ਨੇ ਆਪਣੇ ਮਤਲਬ ਮਾਂ ਬੋਲੀ ਵਿੱਚ ਸਰਚ ਕਰਦੇ ਨੇ, ਜੋ ਪੂਰੀ ਦੁਨੀਆ 'ਚ ਛਾਏ ਹੋਏ ਨੇਗੇ। ਤਾਂ ਅਸੀਂ ਕਿਉਂ ਇੰਗਲਿਸ਼ ਤੱਕ ਪਹੁੰਚ ਕਰੀਏ, ਜਾਂ ਅਸੀਂ ਕਿਉਂ ਇੰਗਲਿਸ਼ 'ਚ ਦੇਖ ਕੇ ਉਹਨਾਂ ਨੂੰ ਦਈਏ ਆਪਣੀ ਕਰੀਮ, ਸਗੋਂ ਅਸੀਂ ਐਵੇਂ ਦਾ ਕੁਝ ਮਤਲਬ ਪੈਦਾ ਕਰੀਏ ਕਿ ਉਹ ਸਾਡੇ ਤੱਕ ਪਹੁੰਚ ਕਰਨ, ਉਹ ਪੰਜਾਬੀ ਵਿੱਚ ਹੈਗੀਆਂ ਚੀਜ਼ਾਂ ਨੂੰ ਟਰਾਂਸਲੇਟ ਕਰਨ, ਜਾਂ ਉਹਨਾਂ ਨੂੰ ਪੰਜਾਬੀ ਸਿੱਖਣੀ ਪਵੇ। ਸਾਨੂੰ ਆਪਣੇ ਤੱਕ ਇੰਨੀ ਸਕਿੱਲ ਮਤਲਬ ਬਣਾ ਦੇਣੀ ਚਾਹੀਦੀ ਹੈ। ਕੋਈ ਵੀ ਵਿਸ਼ਾ ਹੋਵੇ, ਕੋਈ ਵੀ ਸਾਇੰਸ ਜਾਂ ਕਿਸੇ ਵੀ ਵਿਸ਼ੇ 'ਚ ਹੋਵੇ, ਤਾਂ ਅਸੀਂ ਮਤਲਬ ਕਿ ਪੰਜਾਬੀ ਵਿੱਚ ਖੋਜਾਂ ਕਰਕੇ, ਪੰਜਾਬੀ ਵਿੱਚ ਆਪਣਾ ਸੋਚ ਸਮਝ ਕੇ, ਪੰਜਾਬੀ ਵਿੱਚ ਅਸੀਂ ਸੁਪਨੇ ਲੈਂਦੇ ਹਾਂ, ਪੰਜਾਬੀ ਵਿੱਚ ਅਸੀਂ ਆਪਦੇ ਖਾਬ ਬੁਣਦੇ ਹਾਂ, ਤਾਂ ਅਸੀਂ ਉਸ ਖਾਬਾਂ ਨੂੰ ਪੰਜਾਬੀ ਵਿੱਚ ਹੀ ਪੂਰਾ ਕਰੀਏ ਤੇ ਪੂਰੀ ਦੁਨੀਆ ਵਿੱਚ ਸਾਡੀ ਮਾਂ ਬੋਲੀ ਹੈਗੀ ਆ ਜਿਹੜੀ ਜਾਵੇ। ਸਾਡੇ ਲਈ ਪੰਜਾਬੀ ਲਾਜ਼ਮੀ ਆ, ਤਾਮਿਲਨਾਡੂ ਲਈ ਤਾਮਿਲ ਹੋਊਗੀ। ਤਾਂ ਹਰ ਜਿਹੜੀ ਖਿੱਤੇ ਦੀ ਹੈਗੀ ਆ ਮਾਂ ਬੋਲੀ ਹੀ ਵਿੱਚ ਪੜ੍ਹਾਈ ਹੋਣੀ ਚਾਹੀਦੀ ਆ, ਮਾਂ ਬੋਲੀ ਹੀ ਉਹਨਾਂ ਵਿੱਚ ਰਿਸਰਚ ਹੋਣੀ ਚਾਹੀਦੀ ਆ, ਮਾਂ ਬੋਲੀ ਵਿੱਚ ਉਹਦੇ ਪੇਪਰ ਹੋਣੇ ਚਾਹੀਦੇ ਆ, ਮਾਂ ਬੋਲੀ ਵਿੱਚ ਉਹਦੇ ਇੰਟਰਵਿਊ ਹੋਣੀ ਚਾਹੀਦੇ ਆ। ਤਾਂ ਆਪਣੇ ਕੋਲ ਜਿਹੜਾ ਹੈਗਾ, ਜਿਵੇਂ ਅਸੀਂ ਬਾਹਰ ਜਾ ਰਹੇ ਹਾਂ ਤਾਂ ਉੱਥੇ ਆਪਦਾ ਕੈਰੀਅਰ ਬਣਾਉਣ ਜਾ ਰਹੇ ਹਾਂ, ਤਾਂ ਸਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈਗੀ, ਅਸੀਂ ਆਪਣਾ ਇੱਥੇ ਹੀ ਕੈਰੀਅਰ ਬਣਾ ਸਕਦੇ ਹਾਂ। ਤਾਂ ਸਾਨੂੰ ਬਹੁਤ ਲੋੜ ਆ, ਇਹ ਬਹੁਤ ਸੈਂਸਿਟਿਵ ਮਸਲਾ ਹੈਗਾ, ਇਹ ਕੋਈ ਉਹ ਨਹੀਂ। ਬਾਕੀ ਸਾਡੀ ਯੂਨੀਵਰਸਿਟੀ ਆ, ਲਗਾਤਾਰ ਫੀਸਾਂ ਦਾ ਵਾਧਾ ਹੋ ਰਿਹਾ, ਕੋਰਸ ਬੰਦ ਹੋ ਰਹੇ ਨੇ, ਤਾਂ ਜੇ ਅਸੀਂ ਪੰਜਾਬੀ ਬਚਾਵਾਂਗੇ ਤਾਂ ਅਸੀਂ ਪੰਜਾਬੀ ਯੂਨੀਵਰਸਿਟੀ ਨੂੰ ਫਿਰ ਬਚਾ ਸਕਦੇ ਹਾਂ। ਧੰਨਵਾਦ ਜੀ। ਸੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ, ਕਿਸ ਤਰੀਕੇ ਦੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਅੱਜ ਸੀਗੀਆਂ, ਔਰ ਕੀ ਉਤਸ਼ਾਹ ਰਹਿੰਦਾ, ਮਾਂ ਬੋਲੀ ਨਾਲ ਕਿੰਨਾ ਕੁ ਪਿਆਰ ਹੈ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਹਰਪ੍ਰੀਤ ਕੌਰ। ਸਾਡਾ ਜਿਹੜਾ ਅੱਜ ਦਾ ਦਿਵਸ ਮਨਾਇਆ ਜਾ ਰਿਹਾ ਹੈ 21 ਫਰਵਰੀ ਨੂੰ ਮਾਤ ਭਾਸ਼ਾ ਦਿਵਸ ਜਿਹੜਾ ਇੰਟਰਨੈਸ਼ਨਲ ਡੇ ਹੁੰਦਾ, ਤੇ ਅੱਜ ਸਾਡੀ ਸਾਰੀ ਯੂਨੀਵਰਸਿਟੀ, ਇਕੱਲੇ ਸਿਰਫ ਪੰਜਾਬੀ ਵਿਭਾਗ ਨਹੀਂ ਆ, ਸਾਰੀ ਯੂਨੀਵਰਸਿਟੀ ਦੇ ਵਿੱਚ ਅਸੀਂ ਸਾਰਿਆਂ ਨੂੰ ਸੱਦਾ ਦੇ ਕੇ ਆਏ ਹਾਂ। 3-4 ਦਿਨਾਂ ਤੋਂ ਲਗਾਤਾਰ ਚੱਲ ਰਿਹਾ, ਤੇ ਅੱਜ ਵੀ ਸਾਰੇ ਵਿਦਿਆਰਥੀਆਂ ਨੂੰ ਅਸੀਂ ਬੁਲਾ ਕੇ ਲੈ ਕੇ ਆਏ ਹਾਂ ਜਾ ਕੇ, ਤੇ ਸਾਰਿਆਂ ਨੂੰ ਮਤਲਬ ਨਾਲ ਜੋੜਿਆ, ਕਿਉਂਕਿ ਸਿਰਫ ਪੰਜਾਬੀ ਮਾਂ ਬੋਲੀ ਲਈ ਅਸੀਂ ਅੱਜ ਇਕੱਠੇ ਨਹੀਂ ਹੋਏ, ਨਾਲ ਸਾਡੀ ਯੂਨੀਵਰਸਿਟੀ ਲਈ ਵੀ ਇਕੱਠੇ ਹੋਏ ਹਾਂ, ਜਿਹਦਾ ਕਿ ਇਹ ਆਧਾਰ ਹੈ ਪੰਜਾਬੀ ਬੋਲੀ। ਕਿਉਂਕਿ ਪੰਜਾਬੀ ਬੋਲੀ ਦੇ ਆਧਾਰ ਤੇ ਹੀ, ਜਿਹੜਾ ਭਾਸ਼ਾ ਦੇ ਆਧਾਰ ਤੇ ਯੂਨੀਵਰਸਿਟੀ ਬਣੀ ਸੀ, ਉਹਦੇ ਵਿਕਾਸ ਲਈ ਬਣੀ ਸੀ। ਪਰ ਅੱਜ ਜਿਹੜਾ ਸਿਰਫ ਇਹ ਹੋ ਰਿਹਾ ਹੈ ਕਿ ਜਿਹੜੇ ਮਹਿੰਗੇ ਕੋਰਸ
ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਰਾਣੇ ਜਿਹੜੇ ਸਾਡੇ ਚੱਲ ਰਹੇ ਨੇ ਉਹਨਾਂ ਨੂੰ ਖਾਰਜ ਕੀਤਾ ਜਾ ਰਿਹਾ। 16-17 ਕੋਰਸ ਜਿਹੜੇ ਬੰਦ ਹੋ ਚੁੱਕੇ ਨੇ ਤੇ ਯੂਨੀਵਰਸਿਟੀ ਜਿਹੜਾ ਆਰਥਿਕ ਮੰਦੀ ਦੀ ਹਾਲਤ ਵਿੱਚ ਜਾ ਰਹੀ ਹੈ ਉਹਨੂੰ ਬਚਾਉਣ ਲਈ ਤੇ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਅੱਜ ਇੱਥੇ ਸਾਰੇ ਵਿਦਿਆਰਥੀ ਤੇ ਅਧਿਆਪਕ ਸਹਿਬਾਨ ਸਾਰੇ ਇਕੱਠੇ ਹੋਏ ਨੇ ਤੇ ਉਮੀਦ ਹੈ ਕਿ ਇਹ ਸਰਕਾਰ ਲਈ ਵੀ ਤੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਵੀ ਇੱਕ ਉਹਨਾਂ ਨੂੰ ਧਿਆਨ ਦਾ ਖਿੱਚ ਦਾ ਕੇਂਦਰ ਜ਼ਰੂਰ ਬਣੂਗੀ। ਤੇ ਇਸ ਤੋਂ ਬਾਅਦ ਸਾਡੀ ਇੱਕ ਕਾਨਫਰੰਸ ਹੈ, ਪਹਿਲਾਂ ਇਹ ਜਿਹੜੀ ਹਿਊਮਨ ਚੇਨ ਬਣਾਈ ਗਈ ਸੀ ਮਨੁੱਖੀ ਲੜੀ ਤੇ ਹੁਣ ਸਾਡੀ ਇੱਕ ਕਾਨਫਰੰਸ ਹੈ ਜਿਹੜੀ ਪੂਰਾ ਦਿਨ ਜਿਹੜਾ ਇਹ ਪ੍ਰੋਗਰਾਮ ਚੱਲੇਗਾ। ਜੀ ਬਹੁਤ ਸ਼ੁਕਰੀਆ। ਮਨੁੱਖੀ ਲੜੀ ਦੇ ਵਿੱਚ ਸ਼ਾਮਲ ਇਹਨਾਂ ਵਿਦਿਆਰਥੀਆਂ ਨੇ ਗੱਲਬਾਤ ਕੀਤੀ ਆ। ਹੋਰ ਵੀ ਜਾ ਕੇ ਅੱਗੇ ਆਪਾਂ ਗੱਲ ਕਰਦੇ ਹਾਂ ਹੋਰ ਵਿਦਿਆਰਥੀਆਂ ਨਾਲ। ਜਿੱਥੇ ਮਾਂ ਬੋਲੀ ਦੇ ਨਾਅਰੇ ਸੁਣਾਈ ਦੇ ਰਹੇ ਨੇ, ਮੇਰੇ ਮਗਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਵਿਦਿਆਰਥੀਆਂ ਦਾ ਉਹ ਇਕੱਠ ਆ ਜਿਹੜੀ ਚੇਨ ਬਣਾਈ ਸੀ। ਉਸ ਤੋਂ ਬਾਅਦ ਉਹ ਯੂਨੀਵਰਸਿਟੀ ਦੇ ਬਿਲਕੁਲ ਇਸ ਗਰਾਊਂਡ ਦੇ ਵਿੱਚ ਆ ਕੇ ਬੈਠ ਗਏ ਨੇ ਜਿੱਥੇ ਮਾਂ ਬੋਲੀ ਦੇ ਹੱਕ ਵਿੱਚ ਨਾਅਰੇ ਲਗਾਏ ਰਹੇ ਨੇ। ਉੱਥੇ ਹੀ ਸਾਡੇ ਨਾਲ ਇੱਕ ਵਿਦਿਆਰਥੀ ਆਗੂ ਨੇ ਵਰਿੰਦਰ ਹੋਰੀ, ਉਹਨਾਂ ਨਾਲ ਗੱਲਬਾਤ ਕਰਦੇ। ਵਰਿੰਦਰ, ਕਿਸ ਤਰੀਕੇ ਦਾ ਇਹ ਸਾਰਾ ਜੋ ਅੱਜ ਉਲੀਕਿਆ ਗਿਆ ਸੀ ਪ੍ਰੋਗਰਾਮ, ਤੇ ਇਹਦੇ ਨਾਲ ਮੈਂ ਇਹ ਵੀ ਸੁਣ ਰਿਹਾ ਹੈਗਾ ਕਿ ਯੂਨੀਵਰਸਿਟੀ ਬਚਾਓ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਪਹਿਲੀ ਗੱਲ ਤਾਂ ਇਹਦਾ ਲੀਕਣ ਦਾ ਜਿਹੜਾ ਮਸਲਾ ਸੀਗਾ ਉਹ ਇਹ ਹੈ ਕਿ 21 ਫਰਵਰੀ ਨੂੰ ਜਿਹੜਾ ਆ ਕੌਮਾਂਤਰੀ ਮਾਤ ਭਾਸ਼ਾ ਦਿਵਸ ਹੁੰਦਾ, ਜਿਹਦੇ ਤਹਿਤ ਦੁਨੀਆ ਭਰ ਦੇ ਲੋਕ ਆਪਣੀਆਂ ਮਾਂ ਬੋਲੀਆਂ ਦਾ ਜਸ਼ਨ ਮਨਾਉਂਦੇ ਆ। ਉਹਦੇ ਲਈ ਜੇ ਕੋਈ ਮੂਵਮੈਂਟਾਂ ਉੱਠ ਰਹੀਆਂ, ਕੋਈ ਮੁਹਿੰਮਾਂ ਉੱਠ ਰਹੀਆਂ ਦੁਨੀਆ ਦੇ ਵਿੱਚ, ਤੇ ਉਹਨੂੰ ਇੱਕ ਨਵਾਂ ਮੁਕਾਮ ਜਿਹੜਾ ਉਹਦੇ ਤੇ ਜਾਂਦੇ ਆ। ਤੇ ਅਸੀਂ ਵੀ ਜਿਹੜਾ ਆ ਉਹਨੂੰ ਸਮਰਪਿਤ ਪੰਜਾਬੀ ਵਿਭਾਗ ਵੱਲੋਂ, ਪੰਜਾਬੀ ਸਾਹਿਤ ਅਧਿਐਨ ਵਿਭਾਗ ਵੱਲੋਂ ਤੇ ਹੋਰ ਜਿਹੜੇ ਵਿਦਿਆਰਥੀ ਜਥੇਬੰਦੀਆਂ ਤੇ ਵਿਦਿਆਰਥੀ ਸਮੂਹ ਵਿਦਿਆਰਥੀ ਹੈ ਯੂਨੀਵਰਸਿਟੀ ਦੇ, ਉਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਲੀਕਿਆ ਗਿਆ ਸੀਗਾ। ਮੇਨ ਮੁੱਖ ਭੂਮਿਕਾ ਜਿਹੜੀ ਇਹਦੇ ਸੀ ਉਹ ਪੰਜਾਬੀ ਵਿਭਾਗ ਦੀ ਤੇ ਨਾਲ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੀ ਸੀਗੀ। ਦੇਖੋ, ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਯੋਗਦਾਨ ਹੈ ਪੰਜਾਬੀ ਦੇ ਵਿਕਾਸ ਨੂੰ ਲੈ ਕੇ, ਉਹਦੇ ਪਸਾਰ ਨੂੰ ਲੈ ਕੇ, ਜਾਂ ਪੰਜਾਬ ਹੋਰਨਾਂ ਜਿਹੜੇ ਡਿਸਪਲਿਨ ਨੇ, ਹੋਰ ਜਿਹੜੇ ਅਨੁਸ਼ਾਸਨ ਨੇ, ਉਹਨਾਂ ਦਾ ਗਿਆਨ ਪੰਜਾਬੀ ਦੇ ਵਿੱਚ ਮੁਹੱਈਆ ਕਰਵਾਉਣ ਵਾਸਤੇ ਤੁਸੀਂ ਦੇਖੋ ਕਿ ਹਜੇ ਵੀ ਜਿਹੜਾ ਆ ਪੰਜਾਬੀ ਦੇ ਵਿੱਚ ਜੇ ਤੁਸੀਂ ਅਸਿਸਟੈਂਟ ਪ੍ਰੋਫੈਸਰ ਭਰਤੀ ਹੋਣਾ ਤਾਂ ਤੁਹਾਨੂੰ 10ਵੀਂ ਦੀ ਪੰਜਾਬੀ ਜਿਹੜੀ ਆ ਉਹ ਪਾਸ ਕਰਨੀ ਪਏਗੀ। 10ਵੀਂ ਪੱਧਰ ਦਾ ਜਿਹੜਾ ਉਹ ਹੈ ਐਗਜ਼ਾਮ ਹੁੰਦਾ ਆ, ਇਮਤਿਹਾਨ ਹੁੰਦਾ। ਇਹਦਾ ਮਤਲਬ ਕੀ ਹੈ ਕਿ ਵਿਦਿਆਰਥੀ ਜਿਹੜੇ ਟੀਚਰ ਆ ਉਹ ਪੰਜਾਬੀ ਦੇ ਵਿੱਚ ਪੜ੍ਹਾ ਸਕਣ, ਉਹ ਕੈਪੇਬਲ ਹੈ ਕਿ ਨਹੀਂ, ਉਹਨਾਂ ਨੂੰ ਟੈਸਟ ਕਰਨ ਵਾਸਤੇ ਜਿਹੜਾ ਹੈ। ਤੇ ਜੇ ਮੰਨ ਲਓ ਪੰਜਾਬੀ ਯੂਨੀਵਰਸਿਟੀ ਜਿਹੜੀ ਕਿ ਇਸ ਪੰਜਾਬ ਦੇ ਵਿੱਚ ਸਭ ਤੋਂ ਸਸਤੀ ਯੂਨੀਵਰਸਿਟੀ ਹੈ, ਇੱਥੇ ਦੀ ਹੋਸਟਲ ਦੀ ਜਿਹੜੀ ਫੈਸਿਲਿਟੀ ਹੈ ਉਹ ਸਭ ਤੋਂ ਸਸਤੀ ਹੈ, ਤੇ ਕਿਵੇਂ ਜਿਹੜਾ ਹੈ ਜੇ ਪੰਜਾਬੀ ਯੂਨੀਵਰਸਿਟੀ ਜਿਵੇਂ ਇਹਨੂੰ ਗ੍ਰਾਂਟ ਨਹੀਂ ਮਿਲਦੀ ਪਈ। ਹੁਣ ਤੁਸੀਂ ਦੇਖੋ ਕਿ ਬਜਟ ਦੇ ਵਿੱਚ 190 ਕਰੋੜ ਜਿਹੜਾ ਹੈ ਸਾਲ ਦਾ ਜਿਹੜਾ ਹਿੱਸਾ ਹੈ ਉਹ ਵਿਦਿਆਰਥੀ ਪੇ ਕਰਦੇ ਆ, ਤੇ 108 ਕਰੋੜ ਹੈ ਜਿਹੜਾ ਸਰਕਾਰ ਦਿੰਦੀ ਹੈ। ਮਤਲਬ ਕਿ 64% ਜਿਹੜੀ ਅਮਾਊਂਟ ਹੈ, 64% ਜਿਹੜੀ ਰਕਮ ਹੈ ਉਹ ਵਿਦਿਆਰਥੀਆਂ ਦੀ ਜੇਬਾਂ ਦੇ ਵਿੱਚੋਂ ਕੱਢੀ ਜਾਂਦੀ ਹੈ। ਜਦ ਕਿ ਹੋਣਾ ਇਹ ਚਾਹੀਦਾ ਸੀ ਕਿ 70% ਜਿਹੜੀ ਆ ਉਹ ਸਰਕਾਰ ਦੇਵੇ ਤੇ 30% ਵਿਦਿਆਰਥੀਆਂ ਦਾ ਜਿਹੜਾ ਆ ਇਸ ਲੈਵਲ ਦਾ ਹੋਣਾ ਚਾਹੀਦਾ ਸੀ। ਪਰ ਐਵੇਂ ਫੀਸਾਂ ਵਧਣਗੀਆਂ, ਹੁਣ ਯੂਨੀਵਰਸਿਟੀ ਬੰਦ ਹੋਣ ਵਾਲੇ ਪਾਸੇ ਹੈ, ਗ੍ਰਾਂਟ ਨਹੀਂ ਮਿਲਦੀ ਪਈ, ਅਧਿਆਪਕਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਪਈਆਂ, ਤੇ ਉਹਦਾ ਪੰਜਾਬੀ ਦੇ ਉੱਤੇ ਕੀ ਅਸਰ ਅੰਦਾਜ਼ ਹੋਣਾ ਆ, ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਿੱਚ ਉਹਦਾ ਕੀ ਫਰਕ ਪੈਣਾ ਜੇ ਪੰਜਾਬੀ ਯੂਨੀਵਰਸਿਟੀ ਬੰਦ ਹੁੰਦੀ ਹੈ। ਕਿਉਂਕਿ ਮੰਨ ਲਓ ਵੀ ਇਹ ਲਾਖਰੀ ਕਿਲ੍ਹਾ ਹੈ ਜਿਹੜਾ ਪੰਜਾਬੀ ਦਾ ਝੰਡਾ ਚੱਕ ਕੇ ਖੜਾ ਹੈ, ਜੇ ਇਹ ਢਹਿ ਜਾਂਦਾ ਤੇ ਪੰਜਾਬ ਯੂਨੀਵਰਸਿਟੀ ਨੇ ਵੀ ਉਹਦੀ ਸਿਲੇਬਸ ਦੇ ਵਿੱਚੋਂ ਪੰਜਾਬੀ ਦਾ ਪਾਸੇ ਕਰ ਦੇਣਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਕਰ ਦੇਣਾ, ਕਿਉਂਕਿ ਉਹ ਪਹਿਲਾਂ ਹੀ ਲੱਗੇ ਹੋਏ ਆ ਆਪਦੇ ਕੋਰਸਾਂ ਨੂੰ ਪੰਜਾਬੀ ਦੀ ਬਲੀ ਦੇ ਕੇ। ਹੁਣ ਉਹ ਕਹਿੰਦੇ ਆ ਵੀ ਅਸੀਂ ਪ੍ਰੋਫੈਸ਼ਨਲ ਬਣਾਉਣੇ ਆ, ਇੱਥੇ ਵੀ ਇਹ ਮੁਹਿੰਮ ਚਾਲੂ ਹੈ। ਜੇ ਪੰਜਾਬੀ ਯੂਨੀਵਰਸਿਟੀ ਨਹੀਂ ਰਹਿੰਦੀ, ਜੇ ਇਹਨੂੰ ਬਣਦੀ ਗ੍ਰਾਂਟ ਨਹੀਂ ਮਿਲਦੀ, ਤਾਂ ਆਉਣ ਵਾਲਾ ਸਮਾਂ ਹੈ ਕਿ ਸਾਡੇ ਭੈਣਾਂ ਭਰਾਵਾਂ ਨੂੰ ਜਾਂ ਸਾਡੀਆਂ ਆਉਣ ਵਾਲੀ ਨਸਲਾਂ ਨੂੰ ਹੋ ਸਕਦਾ ਹੈ ਕਿ ਇਹ ਕਿਫਾਇਤੀ ਐਜੂਕੇਸ਼ਨ ਜਿਹੜੀ ਉਹਨਾਂ ਦੀ ਜੇਬ ਦੇ ਵਿੱਚ, ਬਜਟ ਦੇ ਵਿੱਚ ਹੈ, ਉਹ ਹੋ ਸਕਦਾ ਉਹਨਾਂ ਨੂੰ ਨਾ ਮਿਲੇ। ਇਹਨਾਂ ਕੋਸ਼ਿਸ਼ਾਂ ਨੂੰ ਲੈ ਕੇ ਸਾਡੀ ਜਿਹੜੀ ਇਹ ਇੱਕ ਅਪੀਲ ਹੈ, ਸਾਡੀ ਇਹ ਇੱਕ ਕੋਸ਼ਿਸ਼ ਹੈ ਜਿਹੜੀ ਅੱਜ ਤੋਂ ਸ਼ੁਰੂ ਹੋਈ ਹੈ। ਇਹ ਲੰਬੀ ਲੜਾਈ ਹੈ ਤੇ ਅਸੀਂ ਇਹਨੂੰ ਲੜਾਂਗੇ ਵੀ, ਤੇ ਇਹ ਯਕੀਨ ਹੈ ਕਿ ਮਾਲਵੇ ਦੇ ਲੋਕ, ਪੰਜਾਬ ਦੇ ਲੋਕ ਜਿਹੜੇ ਆਪਣੀ ਇਸ ਯੂਨੀਵਰਸਿਟੀ ਨੂੰ ਬੰਦ ਨਹੀਂ ਹੋਣ ਦੇਣਗੇ, ਉਹਨਾਂ ਦੇ ਸਿਰ ਤੇ ਅਸੀਂ ਜਿੱਤਾਂਗੇ। ਬਿਲਕੁਲ ਜੀ, ਇਹ ਕਹਿ ਸਕਦੇ, ਦੁਆ ਕਰ ਸਕਦੇ ਹਾਂ ਕਿ ਜਿੱਥੇ ਮਾਂ ਬੋਲੀ ਪੰਜਾਬੀ ਦੇ ਲਈ ਅੱਜ ਇੱਕ ਵੱਡਾ ਸਮਾਗਮ ਜਿਹੜਾ ਸੀ ਉਡੰਬਿਆ ਗਿਆ, ਤੇ ਨਾਲ ਹੀ ਜਿਹੜੀ ਆ ਦੂਸਰੀ ਚਿੰਤਾ ਲੱਗੀ ਹੋਈ ਆ ਕਿ ਮਾਂ ਬੋਲੀ ਦੇ ਹੱਕਾਂ ਦੇ ਲਈ ਜਿਹੜੀ ਇਹ ਯੂਨੀਵਰਸਿਟੀ ਬਣੀ ਸੀ, ਮਾਂ ਬੋਲੀ ਦੇ ਪ੍ਰਸਾਰ ਲਈ ਜੇ ਇਹ ਯੂਨੀਵਰਸਿਟੀ ਬਣੀ ਸੀ, ਅੱਜ ਉਸ ਯੂਨੀਵਰਸਿਟੀ ਨੂੰ ਜਿਸ ਤਰੀਕੇ ਨਾਲ ਗ੍ਰਾਂਟਾਂ ਦੀ ਕਮੀ ਆਈ ਆ, ਆਰਥਿਕ ਤੌਰ ਦੇ ਉੱਤੇ ਜੋ ਸਥਿਤੀ ਡਾਵਾਡੋਲ ਹੋਈ ਆ, ਤਾਂ ਇਸ ਬਾਰੇ ਹੀ ਜਿਹੜੇ ਵਿਦਿਆਰਥੀ ਕਾਰਕੁਨ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਇਹਨਾਂ ਨੇ ਆਪਦੀ ਚਿੰਤਾ ਵਿਅਕਤ ਕੀਤੀ ਆ। ਇਸ ਤੋਂ ਬਾਅਦ ਸਾਡੇ ਨਾਲ ਇੱਕ ਹੋਰ ਸਾਥੀ ਨੇ, ਮੈਂ ਉਹਨਾਂ ਦੇ ਨਾਲ ਮਿਲਾਉਣਾ ਹੈਗਾ, ਸਤਨਾਮ ਜੀ। ਤੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਤਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ? ਬਹੁਤ ਵਧੀਆ ਜੀ, ਬਹੁਤ। ਸਤਨਾਮ ਜੀ ਜਿਹੜੇ ਕਿ ਤਾਲਿਬ ਇਲਮ ਨੇ, ਇਸੇ ਯੂਨੀਵਰਸਿਟੀ ਦੇ PhD ਵੀ ਕਰ ਰਹੇ ਨੇ, ਤਾਂ ਨਾਲ ਉਹ ਕਾਫੀ ਸਾਰੀਆਂ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਲਗਾਤਾਰ ਉਹਨਾਂ ਨੂੰ ਦੇਖਿਆ, ਤੇ ਸਤਨਾਮ ਜੀ ਸਾਨੂੰ ਇੱਥੇ ਮਿਲੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਸਤਨਾਮ ਜੀ, ਗੀਤ ਵੀ ਅਸੀਂ ਸੁਣਾਂਗੇ,
ਮਾਂ ਬੋਲੀ ਦੇ ਹੱਕ ਦੇ ਵਿੱਚ ਤੁਹਾਡੇ ਕੋਲ, ਪਰ ਨਾਲ ਤੁਸੀਂ ਦੱਸੋ ਕਿ ਇਹ ਜਿਸ ਤਰੀਕੇ ਅੱਜ ਤਿਆਰੀਆਂ ਚੱਲੀਆਂ, ਇੰਨੇ ਉਤਸ਼ਾਹ ਵਿਦਿਆਰਥੀਆਂ ਦੇ ਵਿੱਚ ਦੇਖਣ ਨੂੰ ਮਿਲਿਆ, ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਜੀ ਇਹੀ ਕਹਿਣਾ ਚਾਹ ਰਿਹਾ ਕਿ 21 ਫਰਵਰੀ ਨੂੰ ਇਹ ਪ੍ਰੋਗਰਾਮ ਹੋਣਾ ਸੀ, ਕਿਉਂਕਿ ਉਸ ਦਿਨ ਐਤਵਾਰ ਹੈ, ਇਸ ਕਰਕੇ ਅੱਜ ਹੋ ਰਿਹਾ ਜੀ ਮਾਂ ਬੋਲੀ ਦਿਹਾੜਾ, ਜਿਹੜਾ ਪੂਰੀ ਦੁਨੀਆ ਦੇ ਵਿੱਚ ਆਪਣੀ ਆਪਣੀ ਮਾਂ ਬੋਲੀ ਦੇ ਨਾਮ ਤੇ ਲੋਕ ਮਨਾਉਂਦੇ ਨੇ ਇਸ ਦਿਨ ਨੂੰ। ਸੋ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਤਹੀਆ ਕੀਤਾ ਹੈ, ਮੂਹਰੇ ਹੋ ਕੇ ਮੋਹਰੀ ਰੋਲ ਜਿਹੜਾ ਅਦਾ ਕੀਤਾ ਹੈ ਤੇ ਸਾਰਿਆਂ ਨੂੰ ਹੋਕਾ ਦਿੱਤਾ ਕਿ ਆਪਣੀ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਅਸੀਂ ਨਾਅਰੇ ਮਾਰੀਏ। ਤੇ ਮੈਂ ਵੀ ਕਹਾਂਗਾ ਇਸ ਦਿਨ ਦੀ ਮਹੱਤਤਾ ਮਨਾਉਣ ਦੀ ਇਸ ਕਰਕੇ ਵੀ ਹੈ ਕਿਉਂਕਿ ਸਾਨੂੰ ਸਾਡੇ ਸਕੂਲਾਂ ਦੇ ਵਿੱਚ ਸਾਡਾ ਸਿੱਖਿਆ ਤੰਤਰ ਜਿਹੜਾ ਹੈ ਜਾਂ ਸਾਡੇ ਕੋਰਟ ਦੇ ਫੈਸਲੇ ਨੇ, ਜੇ ਉਹ ਪੰਜਾਬੀ ਮਾਂ ਬੋਲੀ ਦੇ ਵਿੱਚ ਮਿਲਣਗੇ ਤਾਂ ਸਾਡੇ ਲੋਕ ਜ਼ਿਆਦਾ ਤਰੱਕੀ ਕਰਨਗੇ ਔਰ ਜ਼ਿਆਦਾ ਉਹਨਾਂ ਨੂੰ ਇਸ ਗੱਲ ਦੇ ਵਿੱਚ ਗਿਆਨ ਮਿਲੇਗਾ ਜੀ। ਪੰਜਾਬੀ ਮਾਂ ਬੋਲੀ ਸਾਡੀ ਮਾਂ ਬੋਲੀ ਹੈ ਜਿਸ ਦੇ ਵਿੱਚ ਬਾਬਾ ਬੁੱਲੇ ਸ਼ਾਹ, ਗੁਰੂ ਨਾਨਕ ਦੇਵ ਜੀ, ਬਾਬਾ ਫਰੀਦ ਜੀ, ਵੱਡੇ ਵੱਡੇ ਸ਼ਾਹ ਹੁਸੈਨ ਜੀ, ਮੀਆਂ ਮੁਹੰਮਦ ਬਖਸ਼ ਰਹਿਮਤੁল্ਲਾਹ ਅਲੈਹ ਸਰਕਾਰ, ਬਹੁਤ ਵੱਡੀਆਂ ਸ਼ਖਸੀਅਤਾਂ ਨੇ ਜਿਸ ਬੋਲੀ ਦੇ ਵਿੱਚ ਲਿਖਿਆ, ਅਸੀਂ ਉਸ ਨੂੰ ਸਲੂਟ ਕਰਦੇ ਹਾਂ ਤੇ ਉਸ ਨੂੰ ਸਲਾਮ ਕਰਨ ਦੇ ਲਈ ਇੱਥੇ ਇਕੱਠੇ ਹੋਏ ਹਾਂ ਜੀ। ਸੋ ਕਹਿ ਸਕਦੇ ਹਾਂ ਕਿ ਵਾਕਈ ਇੱਕ ਬਹੁਤ ਵੱਡੀ ਜਿਹੜੀ ਇਕੱਤਰਤਾ ਹੈਗੀ ਆ, ਉਹ ਅਸੀਂ ਦਿਖਾ ਰਹੇ ਹਾਂ ਅੱਜ ਕਿਸ ਤਰੀਕੇ ਨਾਲ ਚਿੰਤਾ ਆ ਆਪਣੀ ਮਾਂ ਬੋਲੀ ਬਚਾਉਣ ਲਈ। ਪੂਰੀ ਦੁਨੀਆ ਦੇ ਵਿੱਚ ਇਹ ਚਿੰਤਾ ਹੁੰਦੀ ਆ, ਪਰ ਪੰਜਾਬੀਆਂ ਨੂੰ ਖਾਸ ਤੌਰ ਤੇ ਚਿੰਤਾ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਜਿਹੜੀ ਇਹ ਚਿੰਤਾ ਸਾਨੂੰ ਨਜ਼ਰ ਆਉਂਦੀ ਆ। ਤਾਂ ਸਤਨਾਮ ਜੀ, ਇਸ ਬਾਰੇ ਕੋਈ ਚੰਦ ਜਿਹੜੀਆਂ ਸਤਰਾਂ ਚਾਹੇ ਸ਼ੇਰ ਦੇ ਰੂਪ ਵਿੱਚ ਤੇ ਚਾਹੇ ਗੀਤ ਰੂਪ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ? ਬਿਲਕੁਲ ਜੀ, ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ ਮੈਂ ਗਾਣੇ ਕਾਫੀ ਗਾਏ ਨੇ ਤੇ ਇੱਕ ਗਾਣਾ ਮੈਂ ਸਤੰਬਰ ਦੇ ਵਿੱਚ ਗਾਇਆ ਸੀ। ਤਾਰਕ ਗੁੱਜਰ ਸਾਹਿਬ ਪਾਕਿਸਤਾਨ ਦੇ ਬਹੁਤ ਅਜ਼ੀਮ ਸ਼ਾਇਰ ਨੇ, ਪ੍ਰੋਫੈਸਰ ਤਾਰਕ ਗੁੱਜਰ ਜੀ, ਉਹਨਾਂ ਦਾ ਲਿਖਿਆ ਸੀ ਗਾਥਾ ਹੈ ਪੰਜਾਬ। ਮੈਂ ਪੰਜਾਬ ਦੀ ਗਾਥਾ ਗਾਈ ਹੈ, ਪੰਜਾਬ ਦੀ ਧਰਤੀ ਦਾ ਦੁੱਖ ਗਾਇਆ ਕਿ ਇਸ ਧਰਤੀ ਦੇ ਉੱਪਰ ਆ ਕੇ ਕਿਵੇਂ ਲੋਕਾਂ ਨੇ ਇਸ ਨੂੰ ਲੁੱਟਿਆ, ਖੋਇਆ ਤੇ ਵੱਢਿਆ। ਸੋ ਉਹਦੇ ਮੈਂ ਦੋ ਲਾਈਨਾਂ ਤੁਹਾਡੇ ਨਾਲ ਸੁਣਾ। ਮੈਂ ਧਰਤੀ ਦੇਸ ਪੰਜਾਬ ਦੀ, ਮੇਰਾ ਜੁੱਸਾ ਲੀਰੋ ਲੀਰ, ਮੇਰੇ ਮੂੰਹ ਤੇ ਜਿੰਦਰੇ ਚੁੱਪਦੇ, ਮੇਰੇ ਮੂੰਹ ਤੇ ਜਿੰਦਰੇ ਚੁੱਪਦੇ ਤੇ ਪੈਰੀ ਸਬਰ ਜੰਜੀਰ, ਮੈਨੂੰ ਰਾਖਿਆ ਪਾਈਆਂ ਬੇੜੀਆਂ, ਮੈਨੂੰ ਰਾਖਿਆ ਪਾਈਆਂ ਬੇੜੀਆਂ, ਮੈਂ ਘਰ ਵਿੱਚ ਹੋਈ ਅਸੀਰ, ਮੈਨੂੰ ਵੈਰੀਆਂ ਕੀ ਸੀ ਮਾਰਨਾ, ਹੋ ਮੈਨੂੰ ਵੈਰੀਆਂ ਕੀ ਸੀ ਮਾਰਨਾ, ਮੇਰੇ ਸੱਜਣਾ ਭੰਨੇ ਤੀਰ, ਲੋਕੋ ਧਰਤੀ ਦੇਸ ਪੰਜਾਬ ਦੀ। ਇਹ ਮੇਰੀ ਧਰਤੀ ਦਾ ਵੈਣ ਹੈ ਕਿ ਸਾਨੂੰ ਹਮੇਸ਼ਾ ਹੀ ਸਾਡਿਆਂ ਨੇ ਲੁੱਟਿਆ, ਵੱਢਿਆ, ਕੱਟਿਆ। ਪੰਜਾਬ ਦੀ ਵੰਡ ਦੇਖੋ ਤੁਸੀਂ, ਦੇਖੋ ਪਹਿਲਾਂ 47 ਦੇ ਵਿੱਚ ਹੋਈ, ਫਿਰ 66 ਦੇ ਵਿੱਚ ਹੋਈ ਤੇ ਫਿਰ ਇੱਥੇ ਬੜੇ ਵੱਡੇ ਘੱਲੂਕਾਰੇ ਹੋਏ, ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪੰਜਾਬ ਵੰਡਿਆ ਗਿਆ। ਪਰ ਅੱਜ ਪੰਜਾਬ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ। ਜਿੱਥੇ ਜਿੱਥੇ ਪੰਜਾਬੀ ਗਏ ਨੇ ਉਹ ਆਪਣੀ ਭਾਸ਼ਾ ਨਾਲ ਲੈ ਕੇ ਗਏ ਨੇ, ਆਪਣੀ ਬੋਲੀ ਨਾਲ ਲੈ ਕੇ ਗਏ ਨੇ, ਆਪਣਾ ਪਹਿਰਾਵਾ ਨਾਲ ਲੈ ਕੇ ਗਏ ਨੇ, ਆਪਣਾ ਲੋਕ ਸੰਗੀਤ ਨਾਲ ਲੈ ਕੇ ਗਏ ਨੇ। ਸੋ ਇਹ ਜਿੰਨਾ ਸਾਨੂੰ ਦਬਾਇਆ ਜਾ ਰਿਹਾ ਉਨਾ ਹੀ ਅਸੀਂ ਉੱਭਰ ਕੇ ਆ ਰਹੇ ਹਾਂ। ਸੋ ਇਹ ਪੰਜਾਬ ਦਾ ਇਤਿਹਾਸ ਹੈ ਕਿ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਚੌਹਾਂ ਪਾਸਿਆਂ ਤੋਂ ਕਿਤੋਂ ਜੇ ਆਈ ਗੋਲੀ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ। ਦੁਨੀਆ ਉੱਤੇ ਇੱਕ ਧਰਤ ਪੰਜਾਬ ਦੀ ਹੈ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਏ, ਇੱਕੋ ਮਾਂ ਪੰਜਾਬਣ ਜਿਹੜੀ ਦੇਸ਼ ਬਦਲੇ ਪੁੱਤ ਮਰਵਾ ਕੇ ਵੀ ਹੱਸਦੀ ਹੈ। ਅਸੀਂ ਉਸ ਪੰਜਾਬ ਦੇ ਵਾਰਸ ਹਾਂ। ਉਹ ਪੰਜਾਬ ਸਾਡਾ ਜਿਉਂਦਾ ਰਵੇ ਤੇ ਸਾਡੀ ਬੋਲੀ ਜਿਉਂਦੀ ਰਵੇ ਤੇ ਪੰਜਾਬੀਅਤ ਜਿਉਂਦੀ ਰਵੇ। ਬਿਲਕੁਲ ਸਨਾਮ ਜੀ, ਬਹੁਤ ਸ਼ੁਕਰੀਆ। ਸਨਾਮ ਹੋਰਾਂ ਨੇ ਬਹੁਤ ਵਧੀਆ ਜਿੱਥੇ ਗੀਤ ਔਰ ਸ਼ਾਇਰੋ ਸ਼ਾਇਰੀ ਦੇ ਨਾਲ ਇਸ ਪ੍ਰੋਗਰਾਮ ਦੀ ਖਾਸ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਮਾਂ ਬੋਲੀ ਦੇ ਹੱਕ ਦੇ ਵਿੱਚ ਜਿਹੜੀ ਚਿੰਤਾ ਹੈ ਉਹਦੇ ਬਾਰੇ ਹੀ ਉਹਨਾਂ ਨੇ ਜਿਹੜਾ ਹੈ ਇਹ ਗੀਤ ਪੇਸ਼ ਕੀਤਾ। ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮਾਂ ਬੋਲੀ ਦੇ ਬਾਰੇ ਦੇ ਵਿੱਚ ਸਾਡੇ ਅੰਦਰੋਂ ਇੱਕ ਹੂਕ ਨਿਕਲਣੀ ਚਾਹੀਦੀ ਹੈ, ਇੱਕ ਹਾਕ ਨਿਕਲਣੀ ਚਾਹੀਦੀ ਆ ਕਿ ਜੇ ਅਸੀਂ ਗੱਲ ਕਰੀਏ ਕਿ ਜੇ ਪੁਰਾਣੇ ਜਿੰਨੇ ਸਾਡੇ ਸ਼ਾਇਰ ਸੀਗੇ ਜਿਨ੍ਹਾਂ ਨੇ ਮਾਂ ਬੋਲੀ ਦੇ ਹੱਕ ਵਿੱਚ ਲਿਖਿਆ, ਮਾਂ ਬੋਲੀ ਦੇ ਲਈ ਲੰਮਾ ਕੰਮ ਕੀਤਾ ਹੈਗਾ, ਆਉਣ ਵਾਲੀਆਂ ਹੁਣ ਜਿਹੜੀਆਂ ਨਵੀਂ ਨਸਲ ਦੀਆਂ ਜਿਹੜੀ ਨਵੀਂ ਪੀੜ੍ਹੀ ਆ, ਇਹ ਲੋਕ ਵੀ ਲਗਾਤਾਰ ਅੱਜ ਜੇ ਦੇਖ ਰਹੇ ਹੋ ਯੂਨੀਵਰਸਿਟੀ ਦੇ ਇਸ ਵਿਹੜੇ ਵਿੱਚ ਇਕੱਠੇ ਹੋ ਕੇ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਆ। ਤੇ ਇਸ ਤੋਂ ਸੋਹਣੀ ਗੱਲ ਕੀ ਹੋ ਸਕਦੀ ਆ? ਜਿਹੜੀ ਕੌਮ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਨਹੀਂ ਕਰ ਸਕਦੀ, ਸੋਹਣੇ ਗੀਤ ਨਹੀਂ ਗਾ ਸਕਦੀ, ਸੋਹਣਾ ਅੰਦਾਜ਼ ਨਹੀਂ ਪੇਸ਼ ਕਰ ਸਕਦੀ, ਸੋਹਣੀਆਂ ਲਿਖਤਾਂ ਨਹੀਂ ਕਰ ਸਕਦੀ, ਜੇ ਉੱਥੋਂ ਦੇ ਦਫ਼ਤਰਾਂ ਵਿੱਚ ਮਾਂ ਬੋਲੀ ਦੀ ਆਪਣੀ ਗੱਲ ਨਹੀਂ ਹੁੰਦੀ, ਤਾਂ ਮੇਰਾ ਖਿਆਲ ਆ ਉਹਨਾਂ ਕੌਮਾਂ ਨੂੰ ਜ਼ਰੂਰ ਸੰਘਰਸ਼ ਕਰਨਾ ਪੈਂਦਾ। ਜੇ ਅਸੀਂ ਚੜ੍ਹਦੇ ਪੰਜਾਬ 'ਚ ਗੱਲ ਕਰਦੇ ਹਾਂ ਤਾਂ ਚੜ੍ਹਦਾ ਪੰਜਾਬ ਵੀ ਇਸ ਮਾਮਲੇ ਵਿੱਚ ਸੰਘਰਸ਼ ਆ। ਵਿਦੇਸ਼ਾਂ ਵਿੱਚ ਅਗਰ ਬੋਲੀ ਜਿਹੜੀ ਆ ਉਹ ਫੈਲੀ ਆ ਪੰਜਾਬੀ ਮਾਂ ਬੋਲੀ, ਤਾਂ ਕਹਿ ਸਕਦੇ ਹਾਂ ਇੱਥੇ ਵੀ ਮਾਂ ਬੋਲੀ ਜਿਹੜੀ ਪੰਜਾਬੀ ਆ ਉਹਦੇ ਲਈ ਅੱਜ ਜਿਹੜਾ ਉਦਮ ਕੀਤਾ ਗਿਆ ਬਹੁਤ ਵੱਡਾ। ਤਾਂ ਸੋ ਅੱਗੇ ਵੀ ਆਪਾਂ ਗੱਲ ਜਾਰੀ ਰੱਖਾਂਗੇ, ਹੋਰਾਂ ਨਾਲ ਵੀ ਕਰਾਂਗੇ ਗੱਲਬਾਤ। ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦੇ ਸੰਦਰਭ ਦੇ ਵਿੱਚ ਜਿੱਥੇ ਅੱਜ ਵਿਦਿਆਰਥੀ ਜੁੜੇ ਨੇ, ਉੱਥੇ ਬੁੱਧੀਜੀਵੀ, ਚਿੰਤਕ ਤੇ ਸਾਡੇ ਜਿਹੜੇ ਨੇ
ਗਾਇਕਾਂ ਦੀ ਗੱਲ ਕਰ ਲਈਏ ਤੇ ਗਾਇਕ ਜਿਹੜੇ ਨੇ ਉਹ ਵੀ ਇਸ ਮਾਮਲੇ 'ਚ ਜੁੜੇ ਨੇ ਤੇ ਪੰਮੀ ਬਾਈ ਜੀ ਜਿਹੜੇ ਨੇ ਉਹ ਵੀ ਅੱਜ ਸ਼ਮੂਲੀਅਤ ਕਰ ਰਹੇ ਨੇ। ਔਰ ਬੁੱਧੀਜੀਵੀ ਚਿੰਤਕਾਂ ਦੀ ਗੱਲ ਕਰ ਲਈਏ ਤਾਂ ਸ਼ਾਇਰਾਂ, ਅਦੀਬਾਂ, ਕਲਾਕਾਰਾਂ ਤੇ ਅਦਾਕਾਰਾਂ ਨੂੰ ਸਾਰਿਆਂ ਨੂੰ ਫਿਕਰ ਹੁੰਦਾ ਹੈ ਜਦੋਂ ਉਹਨਾਂ ਦੀ ਮਾਂ ਬੋਲੀ ਜਿਹੜੀ ਆ ਖੁਰਦੀ ਜਾ ਰਹੀ ਹੋਵੇ, ਮਰਦੀ ਜਾ ਰਹੀ ਹੋਵੇ। ਇਹਨੂੰ ਬਚਾਉਣ ਲਈ ਜੇ ਕਿਸੇ ਵੀ ਕੌਮ ਦੇ ਸ਼ਾਇਰ, ਅਦੀਬ, ਕਲਾਕਾਰ ਅੱਗੇ ਨਹੀਂ ਆਉਂਦੇ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੀ ਮਾਂ ਬੋਲੀ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਆ। ਤਾਂ ਪੰਮੀ ਬਾਈ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੇ ਇਸ ਵਿੱਚ। ਪੰਮੀ ਬਾਈ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਸਾਰੇ ਔਨ 에ਅਰ ਦੇਖਣ ਵਾਲੇ ਸਾਰੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿਵੇਂ ਅੱਜ ਦੇ ਜਿਹੜਾ ਪ੍ਰੋਗਰਾਮ ਵਿੱਚ ਤੁਸੀਂ ਸ਼ਮੂਲੀਅਤ ਬਤੌਰ ਮਹਿਮਾਨ ਕੀਤੀ ਹੈ, ਕਿਸ ਤਰੀਕੇ ਨਾਲ ਵੇਖਦੇ ਹੋ ਕਿ ਸਾਨੂੰ ਅਜੇ ਵੀ ਸੰਘਰਸ਼ ਕਰਨ ਦੀ ਲੋੜ ਪੈ ਰਹੀ ਹੈ ਆਪਣੀ ਮਾਂ ਬੋਲੀ ਲਈ? ਕਿਉਂ ਕਾਰਨ ਬਣਦੇ ਆ? ਕਿਉਂਕਿ ਇੱਕ ਪੰਜਾਬ ਹੈ, ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਜਿਹੜੀ ਮਾਂ ਬੋਲੀ ਦੇ ਹੱਕਾਂ ਦੇ ਵਾਸਤੇ ਹੀ ਬਣਾਈ ਗਈ ਸੀ, ਮਾਂ ਬੋਲੀ ਦੇ ਵਿਕਾਸ ਵਾਸਤੇ ਹੀ ਬਣਾਈ ਗਈ ਸੀ। ਤੇ ਅੱਜ ਕਿਉਂ ਇਸ ਤਰ੍ਹਾਂ ਦੇ ਸਮਾਗਮ ਜਿਹੜੇ ਆ, ਚਲੋ ਦਿਵਸ ਕਰਕੇ ਤਾਂ ਮਨਾ ਰਹੇ ਆ ਪਰ ਸੰਘਰਸ਼ ਤਾਂ ਫਿਰ ਵਿੱਢਣਾ ਪੈ ਰਿਹਾ ਸਾਨੂੰ? ਦੇਖੋ, ਵੱਡੀ ਸਿੱਧੀ ਜੀ ਗੱਲ ਹੈ, ਮੈਂ ਇੱਥੋਂ ਦਾ ਵਿਦਿਆਰਥੀ ਰਿਹਾ ਤੇ ਇਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਵਿਹੜੇ ਦੇ ਵਿੱਚ ਮੈਂ ਫੈਲੋਸ਼ਿਪ ਵੀ ਹੰਢਾਈ ਹੈ ਤੇ ਯੂਨੀਵਰਸਿਟੀ ਲਈ ਕੰਮ ਵੀ ਕੀਤਾ ਹੈਗਾ। ਉਹ ਕਹਿੰਦੇ ਨੇ ਸੱਭਿਆਚਾਰ ਦੇ ਹਵਾਲੇ ਤੋਂ। ਕਹਾਣੀ ਇਹ ਹੈਗੀ ਹੈ ਕਿ ਸਾਨੂੰ ਜਿਹੜੀਆਂ ਸਮੇਂ ਦੇ ਉੱਤੇ ਸਰਕਾਰਾਂ ਦੀ ਮਾਰ ਪੈ ਰਹੀ ਹੈ, ਸਾਡੀ ਮਾਂ ਬੋਲੀ ਨੂੰ ਸਰਕਾਰਾਂ ਵੱਲੋਂ ਮਾਰ ਪੈ ਰਹੀ ਹੈ, ਲੋਕਾਂ ਵੱਲੋਂ ਮਾਰ ਘੱਟ ਪੈ ਰਹੀ ਹੈ, ਸਰਕਾਰਾਂ ਵੱਲੋਂ ਪੈ ਰਹੀ ਹੈ। ਤੇ ਸਰਕਾਰਾਂ ਚਾਹੁੰਦੀਆਂ ਨੇ ਕਿ ਜਿੰਨੇ ਇਸ ਤਰ੍ਹਾਂ ਦੇ ਸੰਸਥਾਵਾਂ ਹਨ ਉਹਨਾਂ ਨੂੰ ਕਿਵੇਂ ਹੌਲੀ ਖੋਰਾ ਲਾਇਆ ਜਾਵੇ। ਇਹ ਸੰਸਥਾ ਨੂੰ ਇੱਕ ਦਿਨ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾਂ ਪੰਜਾਬੀ ਮਾਂ ਬੋਲੀ ਨੂੰ ਖੋਰਾ ਜਿਹੜਾ ਹੈਗਾ ਉਹ ਤੇ 91-92 ਤੋਂ ਸ਼ੁਰੂ ਹੋ ਗਿਆ ਸੀ ਲੱਗਣਾ, ਜਦੋਂ ਇਹਦੀਆਂ ਗ੍ਰਾਂਟਾਂ ਘਟਾ ਦਿੱਤੀਆਂ ਗਈਆਂ। ਦੇਖੋ, ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀਆਂ ਦੀਆਂ ਫੀਸਾਂ ਨੇ, ਇੱਕ ਗ੍ਰਾਂਟਾਂ ਨੇ, ਇੱਕ UGC ਵੱਲੋਂ ਆਈਆਂ ਗ੍ਰਾਂਟਾਂ ਨੇ, ਉਹਦੇ ਨਾਲ ਯੂਨੀਵਰਸਿਟੀ ਚੱਲਦੀ ਹੈ, ਰਨ ਕਰਦੀ ਹੈ, ਜਿਹਦੇ 'ਚ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ, ਪ੍ਰੋਫੈਸਰਾਂ ਦੀਆਂ ਤਨਖਾਹਾਂ ਨੇ ਤੇ ਬਾਕੀ ਹੋਰ ਖਰਚੇ ਨੇ। ਜਿਹੜੀਆਂ ਗ੍ਰਾਂਟਾਂ ਸੈਂਟਰ ਤੋਂ ਆਉਂਦੀਆਂ ਨੇ ਇਨਫਰਾਸਟ੍ਰਕਚਰ ਲਈ ਆਉਂਦੀਆਂ ਨੇ। ਪਰ ਬਦਕਿਸਮਤੀ ਇਹ ਹੈਗੀ ਹੈ ਕਿ ਪੰਜਾਬ ਦੀ ਇਹ ਵਾਹਦ ਯੂਨੀਵਰਸਿਟੀ ਹੈਗੀ ਹੈ ਜਿਹੜੀ ਭਾਸ਼ਾ ਦੇ ਆਧਾਰ ਦੇ ਉੱਤੇ ਬਣਾਈ ਹੈ, ਜਿਹਦਾ ਮੈਂਡੇਟ ਭਾਸ਼ਾ ਦੇ ਉੱਤੇ ਹੈਗਾ ਸਾਰਾ ਵੀ ਸਾਡੇ ਇਸ ਪੰਜਾਬੀ ਮਾਂ ਬੋਲੀ ਦੇ ਸਾਹਿਤ ਦੇ ਪ੍ਰਚਾਰ ਪ੍ਰਸਾਰ ਦੇ ਲਈ। ਮਤਲਬ ਕਿ ਇਹ ਮੈਂ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਕਹਿ ਸਕਦਾ ਤੇ ਏਸ਼ੀਆ ਦੀ ਪਹਿਲੀ ਯੂਨੀਵਰਸਿਟੀ ਕਹਿ ਸਕਦਾ ਜਿਹੜੀ ਉਸ ਟਾਈਮ ਦੇ ਉੱਤੇ 1960 ਦੇ ਵਿੱਚ ਇਹ ਬਣੀ ਹੈਗੀ ਆ। ਸੋ ਪਰ ਇਹਨੂੰ ਹੌਲੀ ਜਿਹੜੀ ਸਾਡੀ ਮਾਂ ਬੋਲੀ ਹੈਗੀ ਹੈ ਉਹਨੂੰ ਕਿਸ ਤਰ੍ਹਾਂ ਯੋਜਨਾਬੰਦ ਢੰਗ ਨਾਲ ਖੋਰੇ ਲੱਗ ਰਹੇ ਨੇ, ਉਹ ਕਦੇ ਲੁਕੀ ਹੋਈ ਗੱਲ ਨਹੀਂ ਹੈਗੀ। ਤੇ ਮੈਨੂੰ ਬੜਾ ਅਫਸੋਸ ਹੁੰਦਾ ਹੈ ਇਹ ਗੱਲ ਕਹਿੰਦਿਆਂ, ਇਸ ਪੰਜਾਬ ਦੀ ਧਰਤੀ ਤੇ ਖੜਿਆਂ, ਇਸ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ 'ਚ ਖੜਿਆਂ, ਕਿ ਅੱਜ ਅਸੀਂ ਕੂਕਾਂ ਮਾਰ ਰਹੇ ਹਾਂ ਸਾਰੇ ਬੜੇ ਬੁੱਧੀਜੀਵੀ ਮੇਰੇ ਵਾਂਗੂ। ਮੈਂ ਤੇ ਇਸ ਵਿਦਿਆਰਥੀਆਂ ਇਸ ਯੂਨੀਵਰਸਿਟੀ ਦਾ ਸਾਬਕਾ ਤੇ ਕਲਾਕਾਰ ਤੇ ਮੈਨੂੰ ਲੋਕਾਂ ਨੇ ਬਣਾਇਆ, ਪਰ ਹੋਰ ਬੜੇ ਬੁੱਧੀਜੀਵੀ ਆਏ ਹੋਏ ਨੇ ਇੱਥੇ, ਬੜੇ ਅੱਛੇ ਸ਼ੋਭਿਆਂ ਦੇ ਲੋਕ ਆਏ ਹੋਏ ਨੇ ਜਿਹੜੇ ਚਿੰਤਕ ਨੇ ਆਪਣੀ ਮਾਂ ਬੋਲੀ ਪ੍ਰਤੀ ਤੇ ਇਸ ਪੰਜਾਬੀ ਯੂਨੀਵਰਸਿਟੀ ਪ੍ਰਤੀ। ਤਾਂ ਅੱਜ ਦਾ ਜਿਹੜਾ ਸਮਾਗਮ ਜਿਹੜਾ ਵਿਦਿਆਰਥੀਆਂ ਨੇ ਇੱਕ ਚੇਨ ਬਣਾਈ ਆ, ਮਨੁੱਖੀ ਲੜੀ ਬਣਾਈ ਆ, ਸਲੋਗਨ ਫੜੇ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਜ਼ਰੂਰੀ ਹੈ ਕਿ ਉਹਨਾਂ ਦੇ ਆਪਦੇ ਅੰਦਰ ਉਤਸ਼ਾਹ ਕਿ ਇੱਕ ਤਰੀਕੇ ਉਹਨਾਂ ਨੂੰ ਇਹ ਪ੍ਰੋਫੈਸਰਾਂ ਵੱਲੋਂ ਕਿਹਾ ਗਿਆ ਭਾਈ ਤੁਸੀਂ ਬਣਾਓ ਤੇ ਅੱਜ ਆਪਾਂ ਪ੍ਰੋਗਰਾਮ ਪੇਸ਼ ਕਰਨਾ, ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ, ਮੈਂ ਇਹ ਨਹੀਂ ਦੇਖ ਰਿਹਾ, ਮੈਂ ਵਿਦਿਆਰਥੀ ਦਾ ਐਂਥੂਸੀਜ਼ਮ ਦੇਖ ਰਿਹਾ। ਉਹ ਆਪ ਮੁਹਾਰੇ ਸਲੋਗਨਸ ਕਹਿੰਦੇ ਨੇ ਉਹਨਾਂ ਦੇ ਫੜੇ ਵੀ ਹੋਏ ਨੇ ਤੇ ਉਹ ਬੋਲ ਵੀ ਰਹੇ ਨੇ ਤੇ ਆਪਦੀ ਬੁਲੰਦ ਆਵਾਜ਼ ਦੇ ਵਿੱਚ ਆਪਦਾ ਰੋਸ ਪ੍ਰਗਟ ਵੀ ਕਰ ਰਹੇ ਨੇ। ਕਦੇ ਵੀ ਕਿਸੇ ਤੁਸੀਂ ਵਿਦਿਆਰਥੀ ਨੂੰ 5-10 ਵਿਦਿਆਰਥੀਆਂ ਨੂੰ ਤੁਸੀਂ ਇਕੱਠੇ ਕਰ ਸਕਦੇ ਹੋ ਇਸ ਤਰ੍ਹਾਂ, ਪਰ ਐਡੀ ਵੱਡੀ ਤਾਦਾਦ ਦੇ ਵਿੱਚ ਵਿਦਿਆਰਥੀਆਂ ਨੂੰ ਇਕੱਠਾ ਕਰਨਾ ਇਹ ਕੋਈ ਇਹ ਨਹੀਂ ਹੈਗਾ ਕਿ ਕਿਸੇ ਨੇ ਸਿਖਾ ਕੇ ਇਹ ਸਾਰਾ ਕੰਮ ਕੀਤਾ ਹੈ। ਇਹ ਵਰਤਾਰਾ ਜਿਹੜਾ ਆਪ ਮੁਹਾਰੇ ਹੈ। ਪੰਜਾਬੀ ਯੂਨੀਵਰਸਿਟੀ 'ਚ ਜਿਹੜਾ ਵੀ ਵਿਦਿਆਰਥੀ ਪੜ੍ਹਨ ਆਉਂਦਾ ਹੈ ਉਹਦੀ ਪਹਿਲੀ ਪ੍ਰਥਮ ਜਿਹੜੀ ਹੁੰਦੀ ਹੈ ਆਪਦੀ ਮਾਂ ਬੋਲੀ ਦੇ ਨਾਲ ਹੁੰਦੀ ਹੈ, ਉਹ ਆਪਦੀ ਮਾਂ ਬੋਲੀ ਨੂੰ ਲਾਇਕ ਕਰਦਾ। ਸੋ ਬਹੁਤ ਸ਼ੁਕਰੀਆ ਇਸੀ ਪੰਮੀ ਬਾਈ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਸਾਡੇ ਨਾਲ ਕਿ ਕਿਸ ਤਰੀਕੇ ਨਾਲ ਵਿਦਿਆਰਥੀਆਂ ਵਿੱਚ ਜਿਹੜਾ ਉਤਸ਼ਾਹ ਆ ਉਹ ਦੇਖਣ ਨੂੰ ਮਿਲਿਆ। ਤਾਂ ਇਸ ਟਾਈਮ ਜਿਹੜੀ ਵੱਡੀ ਚਿੰਤਾ ਹੈ ਉਹ ਇਹ ਆ ਕਿ ਯੂਨੀਵਰਸਿਟੀ ਜਿਸ ਤਰੀਕੇ ਨਾਲ ਆਰਥਿਕ ਪੱਖੋਂ ਗੱਲ ਕੀਤੀ ਆ, ਪਹਿਲਾਂ ਵਿਦਿਆਰਥੀ ਕਾਰਕੁਨ ਜਿਹੜੇ ਵਰਿੰਦਰ ਸੀ ਉਹਨਾਂ ਨੇ ਵੀ ਕੀਤੀ ਆ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਮਾਂ ਬੋਲੀ ਨੂੰ ਬਚਾਉਣਾ ਹੈ ਤੇ ਮਾਂ ਬੋਲੀ ਦੇ ਲਈ ਬਣੀ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ ਇਹਨੂੰ ਵੀ ਬਚਾਉਣਾ ਚਾਹੀਦਾ। ਆਰਥਿਕ ਪੱਖੋਂ ਜਿਹੜਾ ਹੁਲਾਰਾ ਮਿਲਣਾ ਚਾਹੀਦਾ ਹੈਗਾ। ਪ੍ਰੋਗਰਾਮ ਦੇ ਜ਼ਰੀਏ ਮੈਂ ਵੀ ਇਸ ਮਾਮਲੇ 'ਚ ਬੇਨਤੀ ਕਰੂੰਗਾ ਕਿ ਪੰਜਾਬੀ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਪੰਜਾਬੀ ਮਾਂ ਬੋਲੀ ਦੇ ਨਾਂ ਤੇ ਬਣੀ ਹੋਈ ਯੂਨੀਵਰਸਿਟੀ ਜਾਂ ਪੰਜਾਬ ਦੀਆਂ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਤਾਂ ਜਿਹੜੀ ਵਿੱਦਿਆ ਹੈ ਉਹਨੂੰ ਕਿਸੇ ਅੱਖੋਂ ਪਰੋਖੇ ਅਸੀਂ ਸਰਕਾਰਾਂ ਵੱਲੋਂ ਕੀਤਾ ਗਿਆ ਤੇ ਅਸੀਂ ਆਪ ਜਿਹੜਾ ਦਾਨ ਦੇਣਾ ਹੈਗਾ ਉਹ ਦਾਨ ਵੱਡੇ ਰੂਪ 'ਚ ਜੇ ਇਹਨਾਂ ਯੂਨੀਵਰਸਿਟੀਆਂ ਨੂੰ ਦਈਏ ਤਾਂ ਆਉਣ ਦੀਆਂ ਭਵਿੱਖ ਦੀਆਂ ਜਿਹੜੀਆਂ ਸਾਡੀਆਂ ਨਸਲਾਂ ਨੇ ਉਹ ਵਧੀਆ ਕੰਮ ਕਰ ਸਕਦੀਆਂ ਨੇ ਸਿੱਖਿਆ ਦੇ ਖੇਤਰ ਵਿੱਚ। ਸੋ ਹੋਰਾਂ ਨਾਲ ਵੀ ਕਰਾਂਦੇ ਆ।
ਆਪਾਂ ਅੱਗੇ ਜਾ ਕੇ ਗੱਲਬਾਤ। ਮਾਂ ਬੋਲੀ ਦੇ ਸੰਬੰਧ ਵਿੱਚ ਜਿਸ ਤਰੀਕੇ ਨਾਲ ਗੱਲਬਾਤ ਜਾਰੀ ਸੀ ਔਰ ਵੱਖ-ਵੱਖ ਅਸੀਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਆ, ਉੱਥੇ ਹੀ ਅਗਰ ਪੰਜਾਬੀ ਦੇ ਬਾਰੇ 'ਚ ਗੱਲ ਕਰੀਏ ਤੇ ਡਾਕਟਰ ਸਰਜੀਤ ਸਾਡੇ ਨਾਲ ਨੇ। ਡਾਕਟਰ ਸਰਜੀਤ ਇਸ ਯੂਨੀਵਰਸਿਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਉਹਨਾਂ ਨੂੰ ਵੀ ਇਸ ਸੰਦਰਭ ਦੇ ਵਿੱਚ ਪੁੱਛਦੇ ਹੈਗੇ ਆ। ਡਾਕਟਰ ਸਾਹਿਬ ਪਹਿਲਾਂ ਤਾਂ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਤੁਹਾਡਾ। ਹਾਂਜੀ ਡਾਕਟਰ ਸਾਹਿਬ, ਅੱਜ ਜਿਹੜਾ ਮਾਂ ਬੋਲੀ ਕੌਮਾਂਤਰੀ ਦਿਵਸ ਮਨਾਇਆ ਜਾ ਰਿਹਾ ਹੈਗਾ, ਤੁਸੀਂ ਅੱਜ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਅੱਜ ਕਿੰਨਾ ਕੁ ਉਤਸ਼ਾਹ ਵਿਦਿਆਰਥੀਆਂ 'ਚ ਤੁਹਾਨੂੰ ਦੇਖਣ ਨੂੰ ਮਿਲਿਆ ਔਰ ਕਿਸ ਤਰੀਕੇ ਯੂਨੀਵਰਸਿਟੀ ਬਣੀ ਹੋਈ ਹੈ ਜਿਹੜੀਆਂ ਅੱਜ ਕੋਸ਼ਿਸ਼ ਕੀਤੀ ਗਈ ਹੈ ਔਰ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ? ਦੇਖੋ ਜੀ, ਕੌਮਾਂਤਰੀ ਮਾਂ ਬੋਲੀ ਦਿਵਸ ਤਾਂ 21 ਫਰਵਰੀ ਨੂੰ ਹੁੰਦਾ, ਅੰਤਰਰਾਸ਼ਟਰੀ ਪੱਧਰ ਦੇ ਉੱਪਰ ਮਨਾਇਆ ਜਾਂਦਾ, ਪਰ ਇਸ ਵਾਰ ਕਹਿ ਲਓ ਕਿ 21 ਫਰਵਰੀ ਨੂੰ ਐਤਵਾਰ ਹੈ, ਇਸ ਕਰਕੇ ਅਸੀਂ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦਾ ਮੈਂ ਇਸ ਸਮੇਂ ਮੁਖੀ ਹਾਂ, ਉਸ ਵੱਲੋਂ ਅਸੀਂ ਫੈਸਲਾ ਕੀਤਾ ਕਿ ਇਹ 19 ਫਰਵਰੀ ਨੂੰ ਮਨਾਇਆ ਜਾਵੇ। ਤੇ 19 ਫਰਵਰੀ ਨੂੰ ਅਸੀਂ ਦੋ ਚੀਜ਼ਾਂ ਇਹਦੇ ਵਿੱਚ ਕੀਤੀਆਂ ਨੇ। ਇੱਕ ਤਾਂ ਅਸੀਂ ਸਾਰੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ, ਅਧਿਆਪਕਾਂ ਦੀ ਤੇ ਗੈਰ ਅਧਿਆਪਨ ਕਰਮਚਾਰੀਆਂ ਦੀ ਇੱਕ ਜਿਹੜੀ ਹੈਗੀ ਹੈ ਹਿਊਮਨ ਚੇਨ, ਮਨੁੱਖੀ ਲੜੀ, ਉਹ ਬਣਾਈ ਹੈ। ਸਾਰੇ ਜਿੰਨੇ ਆਰਟਸ ਬਲਾਕ ਨੇ, ਸਾਇੰਸ ਬਲਾਕ ਨੇ, ਉੱਥੇ ਸਾਰੇ ਬੱਚੇ ਜਿਹੜੇ ਹੈਗੇ ਨੇ ਬਾਹਰ ਆ ਕੇ ਖੜੇ ਹੋਏ ਤੇ ਉਹਨਾਂ ਨੇ ਮਾਂ ਬੋਲੀ ਦੇ ਹੱਕ ਦੇ ਵਿੱਚ ਜਿਹੜੇ ਨਾਅਰੇ ਬੁਲੰਦ ਕੀਤੇ ਤੇ ਜਿਹੜੇ ਪੋਸਟਰ ਸੀਗੇ ਉਹ ਉਹਨਾਂ ਨੇ ਹੱਥਾਂ ਦੇ ਵਿੱਚ ਫੜੇ ਹੋਏ ਸੀਗੇ, ਜਿਸ ਦੇ ਵਿੱਚ ਉਹ ਆਉਣ ਜਾਣ ਵਾਲੇ ਲੋਕਾਂ ਨੂੰ ਦੱਸ ਰਹੇ ਸੀਗੇ ਕਿ ਭਾਵੇਂ ਅਸੀਂ ਵਿਗਿਆਨ ਦੇ ਵਿਦਿਆਰਥੀ ਹਾਂ, ਭਾਵੇਂ ਸਮਾਜ ਵਿਗਿਆਨਾਂ ਦੇ ਵਿਦਿਆਰਥੀ ਹਾਂ, ਭਾਵੇਂ ਅਸੀਂ ਅੰਗਰੇਜ਼ੀ ਦੇ ਵਿਦਿਆਰਥੀ ਹਾਂ ਜਾਂ ਪੰਜਾਬੀ ਸਾਹਿਤ ਦੇ ਵਿਦਿਆਰਥੀ ਹਾਂ, ਅਸੀਂ ਸਾਰੇ ਇਸ ਗੱਲ ਦੇ ਹੱਕ ਦੇ ਵਿੱਚ ਹਾਂ ਕਿ ਪੰਜਾਬੀ ਬੋਲੀ ਨੂੰ ਜੀਵਨ ਦੇ ਵਿੱਚ, ਗਿਆਨ ਦੇ ਵਿੱਚ ਹਰ ਪੱਧਰ ਦੇ ਉੱਪਰ ਬਣਦਾ ਸਥਾਨ ਮਿਲਣਾ ਚਾਹੀਦਾ। ਉਹ ਮਨੁੱਖੀ ਲੜੀ ਜਿਹੜੀ ਹੈਗੀ ਆ ਉਹ ਇੱਥੇ ਆ ਕੇ ਅਸੀਂ ਗੁਰੂ ਤੇਗ ਬਹਾਦਰ ਹਾਲ ਦੇ ਸਾਹਮਣੇ ਖਤਮ ਕੀਤੀ ਆ। ਅਸੀਂ ਕਲਾ ਭਵਨ ਦੇ ਵਿੱਚ ਅੰਦਰ ਜਾ ਕੇ ਜਿਹੜਾ ਸੀਗਾ ਸੈਮੀਨਾਰ ਦਾ ਜਿਹੜਾ ਪ੍ਰੋਗਰਾਮ ਹੈ, ਕਾਨਫਰੰਸ ਕਰਨੀ ਸੀ, ਉਹ ਅੰਦਰ ਕਰਨੀ ਸੀ, ਪਰ ਇੱਥੇ ਇੰਨੇ ਜ਼ਿਆਦਾ ਵਿਦਿਆਰਥੀ ਇਕੱਠੇ ਹੋ ਗਏ ਕਿ ਅੰਦਰ ਉਹ ਇੰਨੇ ਵਿਦਿਆਰਥੀ ਸਮੋ ਨਹੀਂ ਸੀ ਸਕਦੇ। ਇਸ ਕਰਕੇ ਅਸੀਂ ਮੁੱਢਲੇ ਤੌਰ ਤੇ ਹਾਲ ਦੀ ਘੜੀ ਪ੍ਰੋਗਰਾਮ ਇੱਥੇ ਹੀ ਚਲਾ ਰਹੇ ਹਾਂ। ਤੇ ਇਸ ਪ੍ਰੋਗਰਾਮ ਦਾ ਜਿਹੜਾ ਮਕਸਦ ਹੈ ਮੁੱਖ ਤੌਰ ਤੇ ਉਹ ਇਹ ਆ ਕਿ ਅਸੀਂ ਇਸ ਗੱਲ ਨੂੰ ਗੂੜੇ ਅੱਖਰਾਂ ਦੇ ਵਿੱਚ ਲਿਖਣਾ ਚਾਹੁੰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਵਾਸਤੇ ਬਣਾਈ ਗਈ ਸੀ। ਇਹ ਦੁਨੀਆ ਦੇ ਵਿੱਚ ਦੂਜੀ ਯੂਨੀਵਰਸਿਟੀ ਹੈ ਜਿਹੜੀ ਕਿਸੇ ਭਾਸ਼ਾ ਦੇ ਨਾਮ ਦੇ ਉੱਪਰ ਬਣੀ। ਪਹਿਲੀ ਹੀਬਰੂ ਯੂਨੀਵਰਸਿਟੀ ਸੀ, ਦੂਜੀ ਪੰਜਾਬੀ ਯੂਨੀਵਰਸਿਟੀ ਹੈ। ਤੇ ਪੰਜਾਬੀ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਸਮੇਂ ਉਸ ਸਮੇਂ ਦੀ ਸਰਕਾਰ ਦਾ ਜਿਹੜਾ ਕਮਿਟਮੈਂਟ ਸੀ, ਪ੍ਰਤੀਬੱਧਤਾ ਸੀ, ਉਹ ਇਸ ਗੱਲ ਨਾਲ ਸੀ ਕਿ ਅਸੀਂ ਪੰਜਾਬ ਦੇ ਵਿੱਚ ਮਾਤ ਭਾਸ਼ਾ ਦੇ ਉੱਪਰ ਆਧਾਰਿਤ ਉੱਚ ਪੱਧਰੀ ਜਿਹੜੀ ਸਿੱਖਿਆ ਹੈਗੀ ਆ ਉਹ ਅਸੀਂ ਬਹੁਤ ਹੀ ਘਰ ਮਤਲਬ ਇਕੱਲੇ ਬੰਦੇ ਤੱਕ ਸਸਤੇ ਰੂਪ ਦੇ ਵਿੱਚ ਪਹੁੰਚਾਉਣ ਲਈ ਪੰਜਾਬੀ ਯੂਨੀਵਰਸਿਟੀ ਖੋਲ੍ਹੀ ਸੀਗੀ। ਤੇ ਸਮੇਂ ਦੇ ਗੇੜ ਨਾਲ ਅਸੀਂ ਹੁਣ ਇੱਥੇ ਪਹੁੰਚ ਗਏ ਹਾਂ ਕਿ ਸਰਕਾਰ ਨੇ ਆਪਣਾ ਹੱਥ ਪਿੱਛੇ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਨੂੰ ਜਿਹੜੀ ਗ੍ਰਾਂਟ ਹੈ, ਜਿੰਨਾ ਯੂਨੀਵਰਸਿਟੀ ਦਾ ਖਰਚਾ, ਉਹਦਾ ਬਹੁਤ ਹੀ ਥੋੜ੍ਹਾ ਹਿੱਸਾ, 85% ਹਿੱਸਾ ਯੂਨੀਵਰਸਿਟੀ ਆਪ ਇਕੱਠਾ ਕਰਦੀ ਹੈ ਵਿਦਿਆਰਥੀਆਂ ਦੀਆਂ ਫੀਸਾਂ ਤੋਂ, ਤੇ 15% ਹਿੱਸਾ ਜਿਹੜਾ ਹੈਗਾ ਉਹ ਸਰਕਾਰ ਮੁਸ਼ਕਿਲ ਨਾਲ ਪਾਉਂਦੀ ਹੈ। ਤੇ ਉਹਦੀ ਹਾਲਤ ਵੀ ਇਹ ਆ ਕਿ ਉਹ ਹਿੱਸਾ ਵੀ ਹੁਣ ਬਾਕਾਇਦਾ ਰੂਪ ਦੇ ਵਿੱਚ ਨਹੀਂ ਮਿਲਦਾ ਪਿਆ। ਤੇ ਜਦੋਂ ਇਸ ਤਰ੍ਹਾਂ ਹੁੰਦਾ ਹੈ, ਕਿਸੇ ਯੂਨੀਵਰਸਿਟੀ ਨੂੰ ਤੁਸੀਂ ਇਸ ਤਰੀਕੇ ਨਾਲ ਸਰਕਾਰ ਛੱਡ ਦਿੰਦੀ ਆ, ਜਿਹੜੀ ਕਿ ਇੱਕ ਉਸ ਦੀ ਜ਼ਿੰਮੇਵਾਰੀ ਹੈ, ਇਹ ਉਸ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ, ਕਿਉਂਕਿ ਪੰਜਾਬ ਸਰਕਾਰ ਦੇ ਐਕਟ ਦੇ ਨਾਲ ਯੂਨੀਵਰਸਿਟੀ ਸਥਾਪਿਤ ਹੋਈ ਹੈ। ਇਹ ਉਹਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਜਿਹੜੇ ਵਿੱਤੀ ਖਰਚੇ ਨੇ ਉਸ ਨੂੰ ਸਰਕਾਰ ਓਟੇ। ਤੇ ਜਦੋਂ ਅਸੀਂ ਇਹ ਕਰ ਦਿੰਦੇ ਹਾਂ ਕਿ ਤੁਸੀਂ ਆਪਣੇ ਸਿਰ ਦੇ ਉੱਪਰ ਖਰਚਾ ਚਲਾਓ, ਤਾਂ ਇਹ ਇੱਕ ਤਰ੍ਹਾਂ ਨਾਲ ਇਹ ਅੱਧੀ ਤੋਂ ਵੱਧ ਨਿੱਜੀਕਰਨ ਹੋ ਜਾਂਦਾ, ਅੱਧਾ ਤੋਂ ਵੱਧ ਨਿੱਜੀਕਰਨ ਯੂਨੀਵਰਸਿਟੀ ਦਾ ਹੋ ਚੁੱਕਿਆ। ਤੇ ਜਦੋਂ ਨਿੱਜੀਕਰਨ ਹੁੰਦਾ ਹੈ ਫਿਰ ਵੇਚ ਵੱਟ ਵਾਲੀ ਚੀਜ਼ ਸਾਹਮਣੇ ਆ ਜਾਂਦੀ ਹੈ, ਆਦਰਸ਼ ਜਿਹੜੇ ਨੇ ਉਹ ਪਿੱਛੇ ਚਲੇ ਜਾਂਦੇ ਨੇ। ਹੁਣ ਇਹ ਹੋ ਗਿਆ ਕਿ ਕਿਉਂਕਿ ਪੰਜਾਬੀ ਯੂਨੀਵਰਸਿਟੀ ਦਾ ਕੰਮ ਪੰਜਾਬੀ ਦੇ ਵਿੱਚ ਅਧਿਆਪਨ ਕਰਨਾ, ਪੰਜਾਬੀ ਦੇ ਵਿੱਚ ਖੋਜ ਕਰਨਾ ਤੇ ਬਾਕੀ ਵਿਸ਼ਿਆਂ ਦਾ ਗਿਆਨ ਪੰਜਾਬੀ ਦੇ ਵਿੱਚ ਦੇਣ ਲਈ ਪੰਜਾਬੀ ਨੂੰ ਵਿਕਸਿਤ ਕਰਨਾ ਸੀ, ਉਹ ਜਿਹੜੇ ਪ੍ਰੋਜੈਕਟ ਨੇ ਉਹ ਸਾਰੇ ਲਗਭਗ ਖਤਮ ਹੋ ਚੁੱਕੇ ਨੇ। ਤੇ ਅਸੀਂ ਇਹ ਗੱਲ ਸਰਕਾਰ ਨੂੰ ਚਿਤਾਰਨਾ ਚਾਹੁੰਦੇ ਹਾਂ ਕਿ ਇਹ ਕੋਈ ਅਹਿਸਾਨ ਨਹੀਂ ਹੈ ਜਿਹੜਾ ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਉੱਪਰ ਕਰੋਗੇ, ਬਲਕਿ ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੀ ਇਹ ਸੰਵਿਧਾਨਕ ਕਮਿਟਮੈਂਟ ਹੈ, ਪ੍ਰਤੀਬੱਧਤਾ ਹੈ ਕਿ ਤੁਸੀਂ ਪੰਜਾਬੀ ਯੂਨੀਵਰਸਿਟੀ ਨੂੰ ਤੇ ਪੰਜਾਬੀ ਦੇ ਨਾਮ ਦੇ ਉੱਪਰ, ਮਾਤ ਭਾਸ਼ਾ ਦੇ ਨਾਮ ਦੇ ਉੱਪਰ ਖੋਲ੍ਹੀ ਗਈ ਯੂਨੀਵਰਸਿਟੀ ਨੂੰ ਤੁਸੀਂ ਬਚਾਓ। ਤੁਸੀਂ ਇਸ ਨੂੰ ਬਚਾਓ ਨਾ, ਇਕੱਲਾ ਇਸ ਨੂੰ ਤਕੜਾ ਕਰੋ ਤਾਂ ਕਿ ਪੰਜਾਬ ਦੇ ਜਿਹੜੇ ਆਵਾਮ ਨੇ ਉਹ ਇਸ ਦੇ ਵਿੱਚ, ਇਸ ਦੇ ਜਿਹੜੇ ਉੱਚ ਪੱਧਰੀ ਵਿੱਦਿਆ ਹੈਗਾ ਉਸ ਦਾ ਇਹ ਲਾਭ ਲੈ ਸਕਣ। ਤਾਂ ਇਸ ਗੱਲ ਨੂੰ ਅਸੀਂ ਗੂੜੇ ਅੱਖਰਾਂ ਦੇ ਵਿੱਚ ਸਰਕਾਰ ਕੋਲ ਇੱਕ ਸੁਰ ਦੇ ਵਿੱਚ ਪਹੁੰਚਾਉਣ ਲਈ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ, ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਕਰਮਚਾਰੀ ਸਾਰੇ ਇਹ ਮਹਿਸੂਸ ਕਰਦੇ ਨੇ ਕਿ ਪੰਜਾਬੀ ਯੂਨੀਵਰਸਿਟੀ ਤੋਂ ਪਿੱਠ ਮੋੜਨ ਤੋਂ ਦਾ ਮਤਲਬ ਹੈ ਪੰਜਾਬੀ ਭਾਸ਼ਾ ਦੇ ਵੱਲ ਪਿੱਠ ਮੋੜਨਾ, ਪੰਜਾਬ ਦੇ ਵੱਲ ਪਿੱਠ ਮੋੜਨਾ। ਤੇ ਇਸ ਗੱਲ ਦੇ ਵਾਸਤੇ ਅਸੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਇਹ ਕਰ ਰਹੇ ਹਾਂ। ਇਹ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਨਾਲ ਜੋੜ ਕੇ ਇਸ ਕਰਕੇ ਵੀ ਕਰ ਰਹੇ ਹਾਂ ਕਿ ਮਾਤ ਭਾਸ਼ਾਵਾਂ ਜਦੋਂ ਖਤਰੇ 'ਚ ਹੁੰਦੀਆਂ ਨੇ, ਉਦੋਂ ਹੀ ਯੂਨੈਸਕੋ ਨੇ ਇਹ ਇੱਕ ਤਰ੍ਹਾਂ ਸੱਦਾ ਦਿੱਤਾ ਕਿ ਅਸੀਂ ਦੁਨੀਆ ਭਰ ਦੀਆਂ ਮਾਤ ਭਾਸ਼ਾਵਾਂ ਨੂੰ ਬਚਾਈਏ, ਉਹਨਾਂ ਨੂੰ ਵਿੱਦਿਆ ਦਾ ਮਾਧਿਅਮ ਬਣਾਈਏ, ਉਹ ਜ਼ਿੰਦਾ ਰਹਿਣਗੀਆਂ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੇ ਦਾ ਪੂਰਾ ਜਿਹੜਾ ਸੰਸਾਰ ਹੈ ਉਹਦੀ ਵੰਨ-ਸੁਵੰਨਤਾ ਜ਼ਿੰਦਾ ਰਹੂਗੀ। ਇਸ ਮਕਸਦ ਨਾਲ ਉਹਨਾਂ ਨੇ ਜਿਹੜਾ ਇਹ ਨਾਅਰਾ ਦਿੱਤਾ ਸੀਗਾ ਯੂਨੈਸਕੋ ਨੇ
ਮਾਤ ਭਾਸ਼ਾ ਬਣਾਉਣ ਦਾ ਸੱਦਾ ਦਿੱਤਾ ਸੀ ਤੇ ਅਸੀਂ ਉਹ ਸੱਦੇ ਦੇ ਵਿੱਚ ਇਸ ਕਰਕੇ ਅੱਜ ਵਿਸ਼ੇਸ਼ ਤੌਰ ਤੇ ਸ਼ਾਮਲ ਹਾਂ, ਕਿਉਂਕਿ ਇੱਕ ਮਾਤ ਭਾਸ਼ਾ ਪੰਜਾਬੀ ਜਿਹੜੀ ਹੈਗੀ ਆ ਉਹ ਖਤਰੇ ਦੇ ਵਿੱਚ ਹੈ ਤੇ ਪੰਜਾਬੀ ਯੂਨੀਵਰਸਿਟੀ ਖਤਰੇ ਦੇ ਵਿੱਚ ਹੈ। ਇਸ ਗੱਲ ਲਈ ਇਹ ਜਿਹੜਾ ਪ੍ਰੋਗਰਾਮ ਸਾਰਾ ਅਸੀਂ ਵਿਆਹੁੰਦੇ ਹਾਂ। ਸੋ ਇਹ ਸਨ ਡਾਕਟਰ ਸੁਰਜੀਤ, ਜਿਨ੍ਹਾਂ ਨੇ ਇਸ ਸੰਦਰਭ ਦੇ ਵਿੱਚ ਗੱਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ਜਿਹੜਾ ਉਹ ਮਨਾਇਆ ਜਾ ਰਿਹਾ ਸੀ। ਤੇ ਕਹਿ ਸਕਦੇ ਹਾਂ ਕਿ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦੀ ਵੱਡੀ ਗੱਲ ਮਾਂ ਬੋਲੀ ਪੰਜਾਬੀ ਬਾਰੇ ਗੱਲ ਕਰ ਲਈ, ਜਿਹੜੀਆਂ ਗੁਰੂਆਂ, ਪੀਰਾਂ, ਫਕੀਰਾਂ, ਸ਼ਾਇਰਾਂ, ਨਾਬਰਾਂ ਤੇ ਆਸ਼ਿਕਾਂ ਦੀ ਬੋਲੀ ਹੈ। ਇਸ ਬੋਲੀ ਨੂੰ ਜੇ ਬਚਾਉਣ ਦਾ ਹੀਲਾ ਜੇ ਜਿਸ ਤਰੀਕੇ ਨਾਲ ਕੌਮਾਂਤਰੀ ਪੱਧਰ ਤੇ ਮਨਾਇਆ ਜਾਂਦਾ ਤਾਂ ਪੰਜਾਬ ਦੇ ਵਿੱਚ ਵੀ ਅੱਜ ਯੂਨੀਵਰਸਿਟੀ ਵੱਲੋਂ ਇਹ ਕੀਤਾ ਜਾ ਰਿਹਾ। ਸੋ ਮੈਂ ਇਹੀ ਕਹੂੰਗਾ ਕਿ ਵਾਕਿਆ ਹੀ ਅਸੀਂ ਜਾਗਰੂਕ ਹਾਂ ਇਸ ਮਾਮਲੇ ਦੇ ਵਿੱਚ ਕਿ ਵੱਧ ਤੋਂ ਵੱਧ ਜਿਹੜੀ ਆ ਮਾਂ ਬੋਲੀ ਦਾ ਜਿਹੜਾ ਇਹ ਇੱਕ ਲੜਾਈ ਵੀ ਆ, ਸੰਘਰਸ਼ ਵੀ ਆ ਕਿ ਆਪਣੀ ਮਾਂ ਬੋਲੀ ਨੂੰ ਬਚਾਉਂਦੇ ਹੋਏ ਲਗਾਤਾਰ ਅਸੀਂ ਡਟੇ ਰਹੀਏ। ਸੋ ਇਹ ਸੀ ਉਹ ਸਾਰੇ ਵਿਦਿਆਰਥੀ ਤੇ ਉਹ ਬੁੱਧੀਜੀਵੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਮਾਂ ਬੋਲੀ ਦੇ ਲਈ ਚਿੰਤਾ ਜਿੱਥੇ ਵਿਅਕਤ ਕੀਤੀ ਹੈ, ਉੱਥੇ ਨਾਲ ਹੀ ਉਹਨਾਂ ਨੇ ਆਪਣੇ ਭਾਵ ਜਿਹੜੇ ਉਹ ਇਸ ਪੱਖ 'ਚ ਰੱਖੇ ਕਿ ਮਾਂ ਬੋਲੀ ਦੇ ਵਾਸਤੇ ਸਾਰੀ ਕੌਮਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸੋ ਕੌਮਾਂਤਰੀ ਪੱਧਰ ਤੇ 21 ਫਰਵਰੀ ਨੂੰ ਬੇਸ਼ੱਕ ਇਹ ਦਿਵਸ ਮਨਾਇਆ ਜਾ ਰਿਹਾ, ਪਰ ਯੂਨੀਵਰਸਿਟੀ ਵਿੱਚ ਇਹ ਦਿਵਸ ਅੱਜ ਮਨਾਇਆ ਗਿਆ ਤਾਂ ਵੱਖ-ਵੱਖ ਜਿਹੜੇ ਸੀ ਵਿਚਾਰ ਜਿੱਥੇ ਸਾਨੂੰ ਸੁਣਨ ਨੂੰ ਮਿਲਿਆ, ਉੱਥੇ ਮਾਂ ਬੋਲੀ ਲਈ ਉਤਸ਼ਾਹ ਵੀ ਵੇਖਣ ਨੂੰ ਮਿਲਿਆ। ਸੋ ਅਖੀਰ ਦੇ ਵਿੱਚ ਇਹੀ ਕਹੂੰਗਾ ਕਿ ਉੱਚਾ ਕਰਕੇ ਜਾਵਾਂਗਾ ਮੈਂ ਜਗ ਤੇ ਬੋਲ ਪੰਜਾਬੀ ਦਾ, ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ। ਬਹੁਤ ਸ਼ੁਕਰੀਆ।